ਪਾਲ ਚੀਮਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। Good Friday, long weekend hai ji. I hope you are enjoying, having fun with Good Friday or treasure hunting. If you are going there, please be careful. You may not find some ghost hiding in some branches of trees or close the treasure, because when you find treasure, there have to be some risk associated with it. Easy things can always be troublesome. So ਹਮੇਸ਼ਾ ਹੀ ਤਰ੍ਹਾਂ ਅਸੀਂ ਆਪਣਾ ਪ੍ਰੋਗਰਾਮ ਇੱਕ ਕੋਟ ਤੋਂ ਸ਼ੁਰੂ ਕਰਾਂਗੇ। ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਅੱਜ ਹਿਸਟਰੀ ਦੇ ਵਿੱਚ ਕੀ ਹੋਇਆ। ਉਹਦੇ ਨਾਲ ਅਸੀਂ ਇੱਕ ਪਰਸਨੈਲਿਟੀ ਬਾਰੇ ਗੱਲ ਕਰਾਂਗੇ। ਜਿਹੜੀ ਪਰਸਨੈਲਿਟੀ ਅੱਜ ਅਸੀਂ ਚੁਣੀ ਹੈ ਉਹਦੀ ਹੀ ਕੋਟ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਸਭ ਤੋਂ ਪਹਿਲੀ ਜਿਹੜੀ ਸਾਡੀ ਮਾਈਂਡ 'ਚ ਕੋਟ ਆਉਂਦੀ ਹੈ, ਇਟ ਇਜ਼ ਰਿਟਨ ਬਾਏ ਰਵਿੰਦਰਨਾਥ ਟੈਗੋਰ। ਰਵਿੰਦਰਨਾਥ ਟੈਗੋਰ ਨੂੰ ਕਿਹੜਾ ਬੰਦਾ ਨਹੀਂ ਜਾਣਦਾ। ਕਲਾਊਡਸ come floating into my life, no longer to carry rain or usher storm, but to add color to my sunset sky. ਇੱਕ ਨਜ਼ਰੀਆ ਹੁੰਦਾ, ਇੱਕ ਪਰਸਪੈਕਟਿਵ ਹੁੰਦਾ ਹੈ ਚੀਜ਼ਾਂ ਨੂੰ ਦੇਖਣ ਦਾ। ਸੋ ਕਈ ਲੋਕ ਕਲਾਊਡਸ ਨੂੰ ਗਲੂਮੀ ਸਿਚੁਏਸ਼ਨ ਦੇ ਨਾਲ ਕੰਪੇਅਰ ਕਰਦੇ ਆ। If you remember, there used to be an Apple ad in the beginning when Apple phones were being launched, where everything was shown as gray till the Apple iPhone came in. So grayish sometimes is associated with the gloominess in life. But Rabindranath Tagore said कि ਜਿਹੜੇ clouds ਹੈਗੇ ਆ ਉਹ ਮੇਰੀ ਲਾਈਫ 'ਚ ਆਉਂਦੇ ਆ, ਪਰ ਉਹ ਬਰਸਾਤ ਜਾਂ ਕੋਈ ਸਟਾਰਮ ਲੈ ਕੇ ਨਹੀਂ ਆਉਂਦੇ, ਮੇਰੇ ਸਨਸੈਟ ਨੂੰ ਕਲਰਫੁਲ ਬਣਾਉਣ ਲਈ ਆਉਂਦੇ ਆ। So you have to fix your perspective about how you see things. You see them positive, positive impact will happen in your life. If you see them negative, negative impact will happen in your life. So Rabindranath Tagore ਜਿਹੜੇ ਹੈਗੇ ਆ, ਇਹਨਾਂ ਦੀ ਜਿਹੜੀ ਲਾਈਫ ਆ ਹਰ ਇੱਕ ਬੰਦਾ ਇਹਨੂੰ ਜਾਣਦਾ। ਇਹ ਕਿੱਦਾਂ ਦੁਨੀਆ ਦੇ ਵਿੱਚ ਆਏ, ਕਿੱਦਾਂ ਇਹਨਾਂ ਨੇ ਆਪਣੇ ਆਪ ਨੂੰ ਇੱਕ ਉਸ ਮੁਕਾਮ ਤੱਕ ਲੈ ਕੇ ਆਏ ਕਿ ਸਾਡਾ ਦੇਸ਼ ਤੇ ਈਵਨ ਜਿਹੜਾ ਇੱਕ ਹੋਰ ਕੰਟਰੀ ਹੈਗੀ ਆ, ਉਹਨਾਂ ਨੇ ਇਹਨਾਂ ਦੇ ਪੋਇਮਸ ਨੂੰ ਆਪਣਾ ਨੈਸ਼ਨਲ ਐਂਥਮ ਬਣਾ ਲਿਆ। ਜਨ ਗਨ ਮਨ ਅਧਿਨਾਇਕ ਜਾਇਆ ਹੈ, ਭਾਰਤ ਭਾਗਯ ਵਿਧਾਤਾ। ਬੰਗਲਾਦੇਸ਼ ਨੇ ਅਮਰ ਸ਼ੋਨਾਰ ਇਹਨਾਂ ਦੀ ਅਡਾਪਟ ਕੀਤੀ। ਇਸ ਤੋਂ ਵੱਡਾ ਮਾਣ ਕਿਸੇ ਨੂੰ ਕੀ ਮਿਲ ਸਕਦਾ ਹੈ ਕਿ ਉਹਨਾਂ ਦੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਰਿਕੋਗਨੀਸ਼ਨ ਹੋਈ ਹੈ। ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 'ਚ ਹੋਇਆ ਤੇ 7 ਅਗਸਤ 1941 ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਉਹਨਾਂ ਨੂੰ ਕਿਹਾ ਜਾਂਦਾ ਕਿ ਹੀ ਵਾਜ਼ ਏ ਬੰਗਾਲੀ ਪੋਲੀਮੈਥ। ਸੋ ਜੇ ਤੁਸੀਂ ਗੂਗਲ 'ਤੇ ਸਰਚ ਕਰੋਗੇ ਵਾਟ ਇਜ਼ polymath, so polymath is someone whose knowledge spans a substantial number of subjects. ਉਹ ਉਹਨਾਂ ਸਬਜੈਕਟ ਦੀ ਨੌਲੇਜ ਨੂੰ ਯੂਜ਼ ਕਰਕੇ ਇੱਕ ਕੰਪਲੀਕੇਟਿਡ ਸਿਚੁਏਸ਼ਨ ਨੂੰ ਵੀ ਹੱਲ ਕਰ ਸਕਦੇ ਆ। ਦਿਸ ਇਜ਼ ਨੋਨ ਐਜ਼ ਅ ਪੋਲੀਮੈਥ ਪਰਸਨ। Rabindranath Tagore as poet, writer, playwright, composer, philosopher, social reformer and painter ਦੇ ਤੌਰ ਤੇ ਪ੍ਰਸਿੱਧ ਨੇ। He reshaped Bengali literature and music as well as the Indian art with contextual modernism in the late 19th and early 20th centuries. Author of profoundly sensitive, fresh and beautiful poetry of Gitanjali, he became in 1913 the first non-European and the first lyricist to win the Nobel Prize in literature. ਕਦੇ ਤੁਸੀਂ ਸੋਚਿਆ ਕਿ ਜਿਹੜਾ ਬੰਦਾ 1861 'ਚ ਪੈਦਾ ਹੋਇਆ, 1913 ਦੇ ਵਿੱਚ ਉਹਦੀ ਉਮਰ ਦਾ ਤੁਸੀਂ ਅੰਦਾਜ਼ਾ ਲਗਾਓ 39 ਤੇ ਅਰਾਊਂਡ 50 ਦੇ ਆਸ-ਪਾਸ ਸ਼ਾਇਦ ਉਹਨਾਂ ਨੂੰ ਜਦੋਂ ਨੋਬਲ ਪ੍ਰਾਈਜ਼ ਮਿਲਿਆ। He was a fellow of the Royal Asiatic Society, referred to as the Bard of Bengal. Tagore was known by many other nicknames such as Gurudev, Khobi Guru, Biswa Khobi. Family history ਜਿਹੜੀ ਹੈ ਇਹਨਾਂ ਦੀ ਇਹ ਦੱਸਦੀ ਹੈ ਕਿ ਇਹਨਾਂ ਜਿਹੜਾ ਪਾਲਣ ਪੋਸ਼ਣ ਹੋਇਆ ਉਹ ਜ਼ਿਆਦਾਤਰ ਨੌਕਰਾਂ ਦੇ ਹੱਥਾਂ 'ਚ ਹੋਇਆ ਕਿ ਮਾਤਾ ਜੀ ਇਹਨਾਂ ਦੇ
ਜਲਦੀ ਹੀ ਸਵਰਗਵਾਸ ਹੋ ਗਏ ਸੀ, ਛੋਟੇ ਸਨ, ਤੇ ਪਿਤਾ ਜੀ ਹਮੇਸ਼ਾ ਇਹਦੇ ਟੂਰ ਵਗੈਰਾ ਤੇ ਰਹਿੰਦੇ ਸਨ। ਤੇ 13 ਜਿਹੜੇ ਇਹਨਾਂ ਦੇ ਬੱਚੇ ਸੀਗੇ ਸਰਵਾਈਵਿੰਗ ਚਿਲਡਰਨ, ਇਹ ਸਭ ਤੋਂ ਛੋਟੇ ਸੀ ਰਵਿੰਦਰਨਾਥ ਟੈਗੋਰ ਜੀ। ਇਹਨਾਂ ਦੇ ਬਾਕੀ ਜਿਹੜੇ ਸਾਰੇ ਬ੍ਰਦਰ ਵਗੈਰਾ ਹੈਗੇ ਆ ਉਹ ਬੜੇ ਚੰਗੇ, ਕੋਈ ਫਿਲਾਸਫਰ ਹੈ, ਕੋਈ ਰਾਈਟਰ ਹੈ, ਕੋਈ ਕੰਪੋਜ਼ਰ ਆ, ਚੰਗੇ ਚੰਗੇ ਮਤਲਬ ਉਹਨਾਂ ਨੇ ਮੁਕਾਮ ਹਾਸਲ ਕੀਤੇ ਹੋਏ ਆ। ਟੈਗੋਰ ਨੂੰ ਸਕੂਲ ਸਕਾਲ ਜਾਣਾ ਪਸੰਦ ਨਹੀਂ ਸੀਗਾ। ਅਸੀਂ ਸਕੂਲਾਂ ਬਾਰੇ ਬੜੀ ਗੱਲ ਕਰਦੇ ਹਾਂ ਕਿ ਸਕੂਲ ਜਾਣਾ ਬੜਾ ਜ਼ਰੂਰੀ ਹੈ। ਦੇਖੋ ਇਹ ਬੰਦਾ ਸਕੂਲ ਇੰਨਾ ਇੰਟਰਸਟ ਨਹੀਂ ਸ਼ੋ ਕਰਦਾ, ਪਰ ਉਹਨਾਂ ਨੂੰ ਚੰਗਾ ਲੱਗਦਾ ਸੀ ਕਿ ਜਿਹੜੀਆਂ ਮੈਨਰਸ ਹੈਗੀਆਂ ਭੋਲਪੁਰ ਐਂਡ ਪਾਨੀਹਾਟੀ, ਉੱਥੇ ਉਹ ਘੁੰਮਦੇ ਰਹਿੰਦੇ ਸੀ, ਫੈਮਿਲੀ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਰਹਿੰਦੇ ਸੀਗੇ। ਸੋ ਰਵਿੰਦਰਨਾਥ ਬਾਰੇ ਹੋਰ ਜਾਣਕਾਰੀ ਤੁਸੀਂ ਲੈਣੀ ਹੈ, ਕਿਉਂਕਿ ਇਹਨਾਂ 'ਤੇ ਘੱਟੋ ਘੱਟ ਮੈਂ 10 ਐਪੀਸੋਡ ਕਰ ਸਕਦਾ, ਪਰ ਮੇਰੇ ਹਿਸਾਬ ਨਾਲ ਆਪਾਂ ਨੂੰ ਇੱਥੇ ਹੀ ਰੋਕਣਾ ਪੈਣਾ। ਇਹ ਗੋਲਡਨ ਟੈਂਪਲ ਵਿੱਚ ਵੀ ਗਏ, ਗੋਲਡਨ ਟੈਂਪਲ ਤੋਂ ਇਹ ਬੜੇ ਪ੍ਰਭਾਵਿਤ ਹੋਏ ਸੀਗੇ। ਉਹਨਾਂ ਨੇ ਆ ਕੇ ਲਿਖਿਆ ਗੋਲਡਨ ਟੈਂਪਲ ਦੇ ਉੱਤੇ, ਕਹਿੰਦੇ ਗੋਲਡਨ ਟੈਂਪਲ ਆਫ ਅੰਮ੍ਰਿਤਸਰ comes back to me like a dream. Many a morning have I accompanied my father to this Guru Darbar of the Sikhs in the middle of the lakes. There the sacred chanting resounds continually. My father, seated amidst the throng of worshippers, would sometimes add his voice to the hymn of praise, and finding a stranger joining in their devotions, they would wax enthusiastically cordial, and we would return loaded with the sanctified offerings of sugar crystals and other sweets. He wrote 6 poems relating to Sikhism and a number of articles in Bengali children's magazines about Sikhism. So ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਇਹਨਾਂ ਨੇ ਸਾਡੇ ਰਿਲੀਜਨ ਬਾਰੇ ਇੱਦਾਂ ਦੀਆਂ ਗੱਲਾਂ ਕੀਤੀਆਂ। ਸੋ ਅਸੀਂ ਅਗਲੇ ਸੈਗਮੈਂਟ ਦੀ ਗੱਲ ਕਰਾਂਗੇ, ਅੱਜ ਦੇ ਦਿਨ ਹਿਸਟਰੀ ਦੇ ਵਿੱਚ ਕੀ ਹੋਇਆ। ਚਾਰਲੀ ਚੈਪਲਿਨ ਨੂੰ ਕੌਣ ਨਹੀਂ ਜਾਣਦਾ। ਸੋ ਟੁਡੇ on 16th April 1889 Charlie Chaplin was born. ਇੱਕ ਲੈਜੈਂਡ ਜੀ, ਫਿਊਚਰ ਥੀਏਟਰ ਦੇ ਆਰਟਿਸਟ, ਜਿਨ੍ਹਾਂ ਨੇ ਸਾਰਿਆਂ ਦਾ ਮਨ ਮੋਹ ਲਿਆ। ਮੇਰਾ ਖਿਆਲ ਮੈਂ ਤੇ ਇਹਨਾਂ ਦੀਆਂ ਬਹੁਤ ਜ਼ਿਆਦਾ ਮੂਵੀਜ਼ ਦੇਖੀਆਂ, ਬਿਕਾਜ਼ ਆਈ ਲਵਡ ਦਾ ਵੇ ਹੀ ਐਕਟਿਡ। ਇਹਨਾਂ ਦੇ ਕੋਲ ਇੱਕ ਅਜੀਬ ਸਕਿੱਲ ਸੀ, ਹੀ ਕੁਡ ਮੇਕ ਯੂ ਲਾਫ ਐਂਡ ਕਰਾਈ ਐਟ ਦ ਸੇਮ ਮਿੰਟ। ਇੰਨਾ ਜ਼ਿਆਦਾ ਸਕਿੱਲ। ਪਰ ਦੇਖੋ ਇਹਨਾਂ ਨੇ ਜਿਹੜੀ ਜ਼ਿੰਦਗੀ ਹੈ ਸ਼ੁਰੂਆਤ ਦੇ ਵਿੱਚ ਸੜਕਾਂ 'ਤੇ ਟੋਪੇ 'ਚ ਸੈਂਟਸ ਵਗੈਰਾ ਮੰਗ ਕੇ ਗੁਜ਼ਾਰੀ। ਫਿਰ ਇਹਨਾਂ ਨੂੰ ਅਨਾਥਾਲਯ 'ਚ ਦਾਖਲ ਕਰਾਇਆ ਗਿਆ। ਉੱਥੋਂ ਇਹਨਾਂ ਨੇ ਆਪਣੇ ਕਾਮਿਕ ਸਕਿੱਲਸ ਦਾ ਸ਼ੁਰੂਆਤ ਕੀਤੀ। ਈਸਟੋਨ ਕੰਪਨੀ ਨੂੰ ਹਾਇਰ ਕੀਤਾ। ਉਸ ਤੋਂ ਬਾਅਦ ਇਹ ਹੌਲੀ ਹੌਲੀ ਕਰਦੇ ਦੂਜੀਆਂ ਕੰਪਨੀਆਂ ਜਾਣ ਲੱਗੇ। ਅਤੇ ਉਸ ਤੋਂ ਬਾਅਦ ਇਹਨਾਂ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਚਾਰਲੀ ਚੈਪਲਿਨ ਇੰਟਰਨੈਸ਼ਨਲ ਸਿਨੇਮਾ ਵਾਸਤੇ ਕੀ ਜਗ੍ਹਾ ਰੱਖਦੇ ਆ। ਸੋ ਇਹ ਇਹਨਾਂ ਦਾ ਅੱਜ ਦੇ ਦਿਨ ਇਹਨਾਂ ਦਾ ਜਨਮ ਹੋਇਆ ਜੀ, ਚਾਰਲੀ ਚੈਪਲਿਨ ਦਾ। ਉਸ ਤੋਂ ਇਲਾਵਾ ਜਿਹੜੀ ਅਸੀਂ ਗੱਲ ਕਰਨੀ ਚਾਹਾਂਗੇ, 1972 ਔਨ ਦਿਸ ਡੇ ਅਪੋਲੋ 16 ਡਿਪਾਰਟ ਹੋਈ ਸੀਗੀ ਫੋਰ ਦ ਮੂਨ ਫਰੋਮ ਕੇਪ ਕੈਨੇਵਰਲ, ਫਲੋਰੀਡਾ। Apollo 16, the 5th of 6 US lunar landing missions, is successfully launched on its 238,000-mile journey to the moon. On April 20, astronauts John W. Young and Charles M. Duke descended to the lunar surface from Apollo 16. ਇਹ ਸਾਡੀ ਅੱਜ ਦੀ ਜਿਹੜੀ ਹਿਸਟਰੀ ਦੇ ਵਿੱਚ ਗੱਲਬਾਤ ਸੀਗੀ, ਇੱਕ ਪਰਸਨੈਲਿਟੀ ਵਾਲੀ ਗੱਲਬਾਤ ਸੀ। ਤੁਸੀਂ ਸਾਡੇ ਨਾਲ ਇੱਦਾਂ ਜੁੜੇ ਰਹੋ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੁਹਾਡੇ ਨਾਲ ਫਿਰ ਹਾਜ਼ਰ ਹੁੰਦੇ ਹਾਂ। ਸਾਡੇ ਸਪੋਂਸਰ ਦਾ ਮੈਸੇਜ ਪਲੀਜ਼ ਸੁਣ ਲਿਓ। ਅਸੀਂ ਕੁਝ ਗੱਲਾਂ ਕਰਾਂਗੇ ਅੱਜ ਕੋਆਪਰੇਟਿਵ ਹਾਊਸਿੰਗ ਦੀਆਂ। ਅਸੀਂ ਇਹ ਵੀ ਗੱਲਾਂ ਕਰਾਂਗੇ ਕਿ ਪਿੱਛੋਂ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਰੀਅਲ ਸਟੇਟ ਹੈਗੀ ਆ ਉਹ ਕਿੱਦਾਂ ਮਨੂਵਰ ਕਰਦੀ ਆ ਰਹੀ ਆ। ਉਸ ਵੇਲੇ ਕੀ ਸਿਚੁਏਸ਼ਨ ਸੀ, ਅੱਜ ਕੀ ਸਿਚੁਏਸ਼ਨ ਹੈ, ਅਤੇ ਫਿਊਚਰ ਇਹਦਾ ਕਿੱਦਾਂ ਦਾ ਹੋਏਗਾ। ਨਾਲ ਅਸੀਂ ਕੁਝ ਮੌਰਗੇਜ ਦੀਆਂ, ਕੁਝ ਰੀਅਲ ਸਟੇਟ ਦੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਆਵਾਂਗੇ। ਜੁੜੇ ਰਹੋ PC24 RETV ਨਾਲ। ਅਸੀਂ ਹੁਣੇਗੇ ਤੇ ਹੁਣੇ ਆਏ।
ਕੀ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ? ਕੀ ਤੁਹਾਡੇ ਪੇਰੈਂਟਸ ਦਾ ਵੀਜ਼ਾ ਰਿਫਿਊਜ਼ ਹੋ ਗਿਆ? ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਰੇ ਹੈਲਪਲਾਈਨ ਵਾਸਤੇ ਕਾਲ ਸੁਖੀ ਪਾਲ, ਜਿਹੜੇ ਕਿ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ। ਇਹਨਾਂ ਦੀ ਕੰਪਨੀ ਦਾ ਨਾਮ ਪਪੂਲਰ ਇਮੀਗ੍ਰੇਸ਼ਨ ਕੰਸਲਟੈਂਟ ਸਰਵਿਸ ਇੰਕ ਬਰੈਂਪਟਨ ਦੇ ਵਿੱਚ ਸਥਿਤ ਹੈ ਜੀ। ਇਹਨਾਂ ਦਾ ਫੋਨ ਨੰਬਰ 647 296 4575 ਹੈ। ਇਹਨਾਂ ਦਾ ਦਫ਼ਤਰ ਦਾ ਫੋਨ ਨੰਬਰ 905 790 8877। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ sukhipal@popularimigration.com। ਕੀ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਲੈਣ ਬਾਰੇ ਸੋਚ ਰਹੇ ਹੋ? ਭੁਪਿੰਦਰ ਮਾਨੀ ਜੀ ਇੱਕ ਰੀਜਨਲ ਡਾਇਰੈਕਟਰ ਹੈਗੇ ਆ ਕਾਸਮੋਸ ਫਾਈਨੈਂਸ਼ੀਅਲ ਸੈਂਟਰ ਦੇ। ਇਹ ਤੁਹਾਨੂੰ ਬੜੀ ਹੀ ਵਧੀਆ ਇੰਸ਼ੋਰੈਂਸ ਤੇ ਇਨਵੈਸਟਮੈਂਟ ਬਾਰੇ ਰਾਏ ਦੇ ਸਕਦੇ ਨੇ। ਇਹਨਾਂ ਨੂੰ ਕਾਲ ਕਰ ਲੈਣਾ 647 448 6229। ਕੀ ਤੁਹਾਡਾ ਬਿਜ਼ਨਸ ਸਟਰਗਲ ਕਰ ਰਿਹਾ ਹੈ? ਕੀ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਬਿਜ਼ਨਸ ਦੀ ਪ੍ਰੋਡਕਟਿਵਿਟੀ ਕਿਸ ਤਰ੍ਹਾਂ ਵਧਾਈ ਜਾ ਸਕੇ? ਇਹਨਾਂ ਗੱਲਾਂ ਦਾ ਹੱਲ ਹੈ। ਅੱਜ ਹੀ ਕਾਲ ਕਰੋ ਰਵਿੰਦਰ ਤੁੱਗੀ ਜੀ ਨੂੰ, ਜਿਹੜੇ ਕਿ ਤੁਹਾਡੇ ਬਿਜ਼ਨਸ ਦੀ ਪੂਰੀ ਤਰ੍ਹਾਂ ਛਾਣਬੀਨ ਕਰਕੇ ਤੁਹਾਨੂੰ ਨੁਕਸ ਲੱਭ ਕੇ ਉਹਨੂੰ ਫਿਕਸ ਵੀ ਕਰਨਾ ਦੱਸਣਗੇ ਤੇ ਤੁਹਾਡੀ ਪ੍ਰੋਡਕਟਿਵਿਟੀ ਵਧਾਉਣਗੇ। ਉਹਨਾਂ ਦਾ ਫੋਨ ਨੰਬਰ 416 807 7986 416 807 7986। ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਮੈਨੂੰ ਕਾਲ ਕਰ ਲੈਣਾ। ਕਾਲ ਚੀਮਾ, ਮੈਂ ਅਕਾਲ ਮੌਰਗੇਜ ਦੇ ਨਾਲ, ਜਿਹਦਾ ਲਾਇਸੈਂਸ ਨੰਬਰ 10845 ਹੈ, ਬਤੌਰ ਮੌਰਗੇਜ ਬ੍ਰੋਕਰ ਕੰਮ ਕਰਦਾ। ਇਹਦੇ ਨਾਲ ਹੀ ਮੈਂ ਰੀਅਲ ਏਸਟੇਟ ਦਾ ਬ੍ਰੋਕਰ ਵੀ ਹਾਂ ਤੇ ਰੀਮੈਕਸ ਪ੍ਰਾਈਮ ਪ੍ਰਾਪਰਟੀ ਦੇ ਨਾਲ ਕੰਮ ਕਰਦਾ ਹਾਂ। ਮੇਰਾ ਫੋਨ ਨੰਬਰ 647 333 2273 ਅਤੇ 647 328 3279 ਹੈ। ਕਿਸੇ ਤਰ੍ਹਾਂ ਦੀ ਸੇਵਾਵਾਂ ਲੈਣ ਲਈ ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਮੈਨੂੰ ਕਾਲ ਜ਼ਰੂਰ ਕਰ ਲੈਣਾ। ਮਨੀਸ਼ਾ ਡਿਸਕਾਊਂਟ ਵੇਅਰ ਹਾਊਸ, ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਕੋਲ ਸਮਾਨ ਮਿਲਦਾ। ਹਿੰਦੁਸਤਾਨ ਤੇ ਪਾਕਿਸਤਾਨ ਦਾ ਇਹਨਾਂ ਕੋਲ ਲੋਕਲ ਸਮਾਨ ਵੀ ਹੈ। ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਡੀਲ ਅਵੇਲੇਬਲ ਹੈ। ਤੁਹਾਨੂੰ ਇੱਕ ਬਹੁਤ ਵਧੀਆ ਸਟੋਰ ਦੀ ਜਾਣਕਾਰੀ ਦੇ ਰਹੇ ਹਾਂ। ਰਵਿੰਦਰ ਗੁਪਤਾ ਜੀ ਨੂੰ ਕਾਲ ਕਰ ਲੈਣਾ 905 361 0773 ਤੇ। ਇਹ ਡਿਸਕਾਊਂਟ ਵੇਅਰ ਹਾਊਸ ਜਿਹੜਾ 377 ਬਰਨਮ ਥੋਰਪ ਰੋਡ ਈਸਟ ਮਿਸੀਸਾਗਾ, ਜਿਹੜਾ ਕਿ ਸੈਂਟਰਲ ਪਾਰਕਵੇ ਤੇ ਬਰਨਮ ਥੋਰਪ ਰੋਡ ਈਸਟ ਦੇ ਨਾਰਥ ਈਸਟ ਕਾਰਨਰ ਦੇ ਵਿੱਚ ਸਥਿਤ ਹੈ। ਉੱਥੇ ਤੁਸੀਂ ਪਾਸਪੋਰਟ ਦੀਆਂ ਫੋਟੋਆਂ ਵੀ ਖਿਚਵਾ ਸਕਦੇ ਹੋ। ਇਹਨਾਂ ਨੂੰ ਜਾਣਕਾਰੀ ਲਵੋ, ਇਹਨਾਂ ਨੂੰ ਕਾਲ ਕਰੋ 905 361 0773। ਕੀ ਤੁਸੀਂ ਆਪਣੇ ਅਕਾਊਂਟ ਇੱਕ ਬਹੁਤ ਹੀ ਚੰਗੇ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਹੋ? ਅੱਜ ਹੀ ਡੀਪੀ ਜੈਨ, ਜੋ ਕਿ ਡੀਪੀ ਜੈਨ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਤਾ ਧਰਤਾ ਨੇ, ਉਹਨਾਂ ਨੂੰ ਕਾਲ। ਉਹਨਾਂ ਦਾ ਫੋਨ ਨੰਬਰ 790 9327 905 790 9327 ਅਤੇ ਉਹਨਾਂ ਦਾ ਸੈੱਲ ਨੰਬਰ 416 305 0080 416 305 0080। ਇਹਨਾਂ ਦਾ ਦਫ਼ਤਰ ਯੂਨਿਟ ਨੰਬਰ 6 30 ਇੰਟਰਮੋਡਲ ਡਰਾਈਵ ਬਰੈਂਪਟਨ ਓਨਟਾਰੀਓ ਵਿਖੇ ਹੈ। ਸਭ ਤੋਂ ਵਧੀਆ ਕੰਮ ਕਰਦੇ ਨੇ। ਇਹਨਾਂ ਦੀ ਰੈਪੂਟੇਸ਼ਨ ਬਹੁਤ ਹੀ ਜ਼ਿਆਦਾ ਚੰਗੀ ਹੈ। ਡੀਪੀ ਜੈਨ ਨੂੰ ਅੱਜ ਹੀ ਤੁਸੀਂ ਸੰਪਰਕ ਕਰੋ ਅਤੇ ਭਰੋਸੇਯੋਗ ਅਕਾਊਂਟਿੰਗ ਦੀਆਂ ਸੇਵਾਵਾਂ ਦਾ ਲਾਭ ਉਠਾਓ। ਜੇ ਤੁਸੀਂ ਆਪਣਾ ਬਿਜ਼ਨਸ PC24 RETV ਦੇ ਵਿੱਚ ਸਪਾਂਸਰ ਕਰਵਾਉਣਾ ਚਾਹੁੰਦੇ ਹੋ ਤੇ ਅੱਜ ਹੀ ਪਾਲ ਚੀਮਾ ਨੂੰ 647 333 2273 ਤੇ ਕਾਲ ਕਰ ਲਵੋ। ਅਸੀਂ ਕੋਈ ਵੀ ਚਾਰਜ ਨਹੀਂ ਕਰਦੇ। ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਪਾਲ ਚੀਮਾ 647 333 2273। ਕੀ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ? ਕੀ ਤੁਹਾਡੇ ਪੇਰੈਂਟਸ ਦਾ ਵੀਜ਼ਾ ਰਿਫਿਊਜ਼ ਹੋ ਗਿਆ? ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਰੇ ਹੈਲਪਲਾਈਨ ਵਾਸਤੇ ਕਾਲ ਸੁਖੀ ਪਾਲ, ਜਿਹੜੇ ਕਿ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ। ਇਹਨਾਂ ਦੀ ਕੰਪਨੀ ਦਾ ਨਾਮ ਪਪੂਲਰ ਇਮੀਗ੍ਰੇਸ਼ਨ ਕੰਸਲਟੈਂਟ ਸਰਵਿਸ ਇੰਕ ਬਰੈਂਪਟਨ ਦੇ ਵਿੱਚ ਸਥਿਤ ਹੈ ਜੀ। ਇਹਨਾਂ ਦਾ ਫੋਨ ਨੰਬਰ 647 296 4575 ਹੈ। ਇਹਨਾਂ ਦਾ ਦਫ਼ਤਰ ਦਾ ਫੋਨ ਨੰਬਰ 905 790 8877। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ sukhipal@popularimigration.com। ਕੀ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਲੈਣ ਬਾਰੇ ਸੋਚ ਰਹੇ ਹੋ? ਭੁਪਿੰਦਰ ਮਾਨੀ ਜੀ ਇੱਕ ਰੀਜਨਲ ਡਾਇਰੈਕਟਰ ਹੈਗੇ ਆ ਕਾਸਮੋਸ ਫਾਈਨੈਂਸ਼ੀਅਲ ਸੈਂਟਰ ਦੇ। ਇਹ ਤੁਹਾਨੂੰ ਬੜੀ ਹੀ ਵਧੀਆ ਇੰਸ਼ੋਰੈਂਸ ਤੇ ਇਨਵੈਸਟਮੈਂਟ ਬਾਰੇ ਰਾਏ ਦੇ ਸਕਦੇ ਨੇ। ਇਹਨਾਂ ਨੂੰ ਕਾਲ ਕਰ ਲੈਣਾ 647 448 6229। ਕੀ ਤੁਹਾਡਾ ਬਿਜ਼ਨਸ ਸਟਰਗਲ ਕਰ ਰਿਹਾ ਹੈ? ਕੀ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਬਿਜ਼ਨਸ ਦੀ ਪ੍ਰੋਡਕਟਿਵਿਟੀ ਕਿਸ ਤਰ੍ਹਾਂ ਵਧਾਈ ਜਾ ਸਕੇ? ਇਹਨਾਂ ਗੱਲਾਂ ਦਾ ਹੱਲ ਹੈ। ਅੱਜ ਹੀ ਕਾਲ ਕਰੋ ਰਵਿੰਦਰ ਤੁੱਗੀ ਜੀ ਨੂੰ, ਜਿਹੜੇ ਕਿ ਤੁਹਾਡੇ ਬਿਜ਼ਨਸ ਦੀ ਪੂਰੀ ਤਰ੍ਹਾਂ
ਛਾਣਬੀਨ ਕਰਕੇ ਤੁਹਾਨੂੰ ਨੁਕਸ ਲੱਭ ਕੇ ਉਹਨੂੰ ਫਿਕਸ ਵੀ ਕਰਨਾ ਦੱਸਣਗੇ ਤੇ ਤੁਹਾਡੀ ਪ੍ਰੋਡਕਟਿਵਿਟੀ ਵਧਾਉਣਗੇ। ਉਹਨਾਂ ਦਾ ਫੋਨ ਨੰਬਰ 416786 4168077986। ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਮੈਨੂੰ ਕਾਲ ਕਰ ਲੈਣਾ। ਕਾਲ ਚੀਮਾ, ਮੈਂ ਅਕਾਲ ਮੌਰਗੇਜ ਦੇ ਨਾਲ ਜਿਹਦਾ ਲਾਇਸੈਂਸ ਨੰਬਰ 10845 ਹੈ, ਬਤੌਰ ਮੌਰਗੇਜ ਬ੍ਰੋਕਰ ਕੰਮ ਕਰਦਾ। ਇਹਦੇ ਨਾਲ ਹੀ ਮੈਂ ਰੀਅਲ ਏਸਟੇਟ ਦਾ ਬ੍ਰੋਕਰ ਵੀ ਹਾਂ ਤੇ ਰੀਮੈਕਸ ਪ੍ਰਾਈਮ ਪ੍ਰਾਪਰਟੀ ਦੇ ਨਾਲ ਕੰਮ ਕਰਦਾ ਹਾਂ। ਮੇਰਾ ਫੋਨ ਨੰਬਰ 647 333 2273 ਅਤੇ 647 328 3279 ਹੈ। ਕਿਸੇ ਤਰ੍ਹਾਂ ਦੀ ਸੇਵਾਵਾਂ ਲੈਣ ਲਈ ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਮੈਨੂੰ ਕਾਲ ਜ਼ਰੂਰ ਕਰ ਲੈਣਾ। ਮਨੀਸ਼ਾ ਡਿਸਕਾਊਂਟ ਵੇਅਰ ਹਾਊਸ, ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਕੋਲ ਸਮਾਨ ਮਿਲਦਾ, ਹਿੰਦੁਸਤਾਨ ਤੇ ਪਾਕਿਸਤਾਨ ਦਾ। ਇਹਨਾਂ ਕੋਲ ਲੋਕਲ ਸਮਾਨ ਵੀ ਹੈ। ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਡੀਲ ਅਵੇਲੇਬਲ ਹੈ। ਤੁਹਾਨੂੰ ਇੱਕ ਬਹੁਤ ਵਧੀਆ ਸਟੋਰ ਦੀ ਜਾਣਕਾਰੀ ਦੇ ਰਹੇ ਹਾਂ। ਰਵੀਨ ਗੁਪਤਾ ਜੀ ਨੂੰ ਕਾਲ ਕਰ ਲੈਣਾ 905 361 0773 ਤੇ। ਇਹ ਡਿਸਕਾਊਂਟ ਵੇਅਰ ਹਾਊਸ ਜਿਹੜਾ 377 ਬਰਨਮਥੋਰਪ ਰੋਡ ਈਸਟ ਮਿਸੀਸਾਗਾ, ਜਿਹੜਾ ਕਿ ਸੈਂਟਰਲ ਪਾਰਕਵੇ ਤੇ ਬਰਨਮਥੋਰਪ ਰੋਡ ਈਸਟ ਦੇ ਨਾਰਥ ਈਸਟ ਕਾਰਨਰ ਦੇ ਵਿੱਚ ਸਥਿਤ ਹੈ। ਉੱਥੇ ਤੁਸੀਂ ਪਾਸਪੋਰਟ ਦੀਆਂ ਫੋਟੋਆਂ ਵੀ ਖਿਚਵਾ ਸਕਦੇ ਹੋ। ਇਹਨਾਂ ਨੂੰ ਜਾਣਕਾਰੀ ਲਵੋ, ਇਹਨਾਂ ਨੂੰ ਕਾਲ ਕਰੋ 905 361 0773। ਕੀ ਤੁਸੀਂ ਆਪਣੇ ਅਕਾਊਂਟ ਇੱਕ ਬਹੁਤ ਹੀ ਚੰਗੇ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਹੋ? ਅੱਜ ਹੀ ਡੀਪੀ ਜੈਨ, ਜੋ ਕਿ ਡੀਪੀ ਜੈਨ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਤਾ ਧਰਤਾ ਨੇ, ਉਹਨਾਂ ਨੂੰ ਕਾਲ। ਉਹਨਾਂ ਦਾ ਫੋਨ ਨੰਬਰ 790 93 27 905 790 9327 ਅਤੇ ਉਹਨਾਂ ਦਾ ਸੈੱਲ ਨੰਬਰ 416 305 0080 416 305 0080। ਇਹਨਾਂ ਦਾ ਦਫ਼ਤਰ ਯੂਨਿਟ ਨੰਬਰ 6 30 ਇੰਟਰਮੋਡਲ ਡਰਾਈਵ, ਬਰੈਂਪਟਨ, ਓਨਟਾਰੀਓ ਵਿਖੇ ਹੈ। ਸਭ ਤੋਂ ਵਧੀਆ ਕੰਮ ਕਰਦੇ ਨੇ। ਇਹਨਾਂ ਦੀ ਰੈਪੂਟੇਸ਼ਨ ਬਹੁਤ ਹੀ ਜ਼ਿਆਦਾ ਚੰਗੀ ਹੈ। ਡੀਪੀ ਜੈਨ ਨੂੰ ਅੱਜ ਹੀ ਤੁਸੀਂ ਸੰਪਰਕ ਕਰੋ ਅਤੇ ਭਰੋਸੇਯੋਗ ਅਕਾਊਂਟਿੰਗ ਦੀਆਂ ਸੇਵਾਵਾਂ ਦਾ ਲਾਭ ਉਠਾਓ। ਜੇ ਤੁਸੀਂ ਆਪਣਾ ਬਿਜ਼ਨਸ PC24 RETV ਦੇ ਵਿੱਚ ਸਪਾਂਸਰ ਕਰਵਾਉਣਾ ਚਾਹੁੰਦੇ ਹੋ ਤੇ ਅੱਜ ਹੀ ਪਾਲ ਚੀਮਾ ਨੂੰ 647 333 2273 ਤੇ ਕਾਲ ਕਰ ਲਵੋ। ਅਸੀਂ ਕੋਈ ਵੀ ਚਾਰਜ ਨਹੀਂ ਕਰਦੇ। ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਪਾਲ ਚੀਮਾ 647 333 2273। PC24 RETV ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਸੀਂ ਗੱਲ ਕਰਕੇ ਹਟੇ ਰਵਿੰਦਰਨਾਥ ਟੈਗੋਰ ਦੀ, ਚਾਰਲੀ ਚੈਪਲਿਨ ਦੀ, ਜਿਹੜੇ ਕਿ ਅੱਜ ਦੇ ਦਿਨ ਪੈਦਾ ਹੋਏ ਸਨ। ਤੇ ਅਸੀਂ ਅੱਜ ਦੀ ਖੋਟ ਦੀ ਗੱਲ ਵੀ ਕਰਕੇ ਹੈ ਨਾ, ਜਿਹਦੇ ਬਾਰੇ ਰਵਿੰਦਰਨਾਥ ਨੇ ਕਿਹਾ ਸੀਗਾ ਕਿ ਕਲਾਊਡਸ ਮੇਰੀ ਲਾਈਫ 'ਚ ਆਉਂਦੇ ਆ, ਪਰ ਕੋਈ ਤੂਫਾਨ ਜਾਂ ਮੀਂਹ ਲੈ ਕੇ ਨਹੀਂ ਆਉਂਦੇ। ਉਹ ਮੇਰੇ ਸਨਸੈਟ ਨੂੰ ਕਲਰਫੁਲ ਬਣਾਉਣ ਲਈ ਆਉਂਦੇ ਆ। ਇਹਨੂੰ ਯਾਦ ਜ਼ਰੂਰ ਰੱਖਿਓ। ਅਸੀਂ ਕੱਲ ਕੁਝ ਗੱਲਾਂ ਕੀਤੀਆਂ ਸੀਗੀਆਂ ਸੋਸ਼ਲ ਮੀਡੀਆ ਬਾਰੇ। ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ, ਇੱਕ ਕੰਸਟਰਕਟਿਵ ਵੇ ਨਾਲ ਯੂਜ਼ ਕਰਨਾ ਤਾਂ ਬੜਾ ਚੰਗਾ, ਪਰ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਮਿਸਅੰਡਰਸਟੂਡ ਮੀਡੀਆ ਹੋ ਗਿਆ ਜਿੱਥੇ ਲੋਕੀ ਜਿਹੜੇ ਆ not only they started contradicting each other, but they are also engaging in fights, ਜਿਹੜੇ ਕਿ from online they go into offline and then it becomes sometimes road rage or so many other shootings happen, all those things. The hatred flows from online to offline platforms, comes right to our houses, and you can always avoid that. ਹੁਣ ਉਹਦੇ ਲਈ ਜਿਹੜਾ ਸੋਸ਼ਲ ਮੀਡੀਆ ਹੈਗਾ, ਉਹਨੂੰ ਕਹਿੰਦੇ ਆ ਕਿ ਤੁਸੀਂ ਡੋਂਟ ਡਰਿੰਕ ਐਂਡ ਡੂ ਸੋਸ਼ਲ ਮੀਡੀਆ। ਅਦਰਵਾਈਜ਼ ਜੇ ਤੁਸੀਂ ਕੋਈ ਚੱਜ ਦੀ ਗੱਲ ਕਰ ਸਕਦੇ ਹੋ ਜ਼ਰੂਰ ਕਰੋ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੋਈ ਗੱਲ ਕਰਨ ਹੈ ਨਹੀਂ, ਤੇ ਸੋਸ਼ਲ ਮੀਡੀਆ ਨੂੰ ਇੱਕ ਲਰਨਿੰਗ ਪਲੇਟਫਾਰਮ ਦੇ ਤੌਰ ਤੇ ਤੁਸੀਂ ਯੂਜ਼ ਕਰ ਸਕਦੇ। ਸੋਸ਼ਲ ਮੀਡੀਆ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਕਿ ਮੰਨ ਲਓ ਇੱਕ ਕਮਰੇ ਦੇ ਵਿੱਚ ਬਹੁਤ ਸਾਰੇ ਸਟ੍ਰੇਂਜਰ ਇਕੱਠੇ ਹੋਏ ਆ ਤੇ ਤੁਸੀਂ ਉਸ ਕਮਰੇ 'ਚ ਆ ਕੇ ਆਪਣੀ ਇੰਟਰੋ ਦੇਣੀ ਹੈ। ਤੁਸੀਂ ਕਹਿਣਾ ਜੀ ਕਿ ਮੈਂ ਪਾਲ ਚੀਮਾ, ਮੈਂ ਇੱਥੇ ਕੰਮ ਕਰਦਾ। ਇਹ ਠੀਕ ਹੈ, ਇੱਥੇ ਤਾਂ ਗੱਲ ਠੀਕ ਆ, ਪਰ ਜੇ ਤੁਸੀਂ ਆਉਂਦੇ ਸਾਰ ਉੱਥੇ ਕਹੋ ਜੀ ਮੇਰੇ ਕੋਲ ਇੱਕ ਬੜੀ ਵੱਡੀ ਲਿਸਟਿੰਗ ਹੈ, ਮੈਂ ਵੇਚਣੀ ਚਾਹੁੰਦਾ ਤੇ ਤੁਸੀਂ ਖਰੀਦ ਲਓ, ਲੋਕਾਂ ਨੇ ਤੁਹਾਨੂੰ ਉੱਥੋਂ ਧੱਕੇ ਮਾਰ ਕੇ ਕੱਢਣਾ। ਫਿਰ ਤੁਸੀਂ ਕਹੋਗੇ ਕਿ ਯਾਰ ਮੇਰੇ ਤਾਂ ਫੋਲੋਅਰਸ ਹੀ ਨਹੀਂ ਬਣਦੇ, ਮੇਰੇ ਨੇੜੇ ਕੋਈ ਆ ਹੀ ਨਹੀਂ ਰਿਹਾ, ਮੈਂ ਇਹਨੂੰ ਕਿੱਦਾਂ ਕਰਾਂ। ਦੈਨ you end up spending money to get those likes or more contacts or this and that, ਜਿਹੜਾ ਕਿ ਅਵੋਇਡ ਕੀਤਾ ਜਾ ਸਕਦਾ। ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕਿ ਸੋਸ਼ਲ ਮੀਡੀਆ ਜਿਹੜਾ ਇੱਕ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਇੰਗੇਜ ਕਰ ਸਕਦੇ ਹੋ ਲੋਕਾਂ ਦੇ ਨਾਲ। ਪਿਕਚਰ ਟੈਗਿੰਗ ਜਿਹੜੀ ਹੈ ਇੱਕ ਨਿਊਸੈਂਸ ਆ।
ਜਿਹੜੀ ਕਿ ਅਵੋਇਡ ਕਰਨੀ ਚਾਹੀਦੀ ਹੈ। ਲੋਕੀ ਮੈਂ ਦੇਖਿਆ ਉਹ ਜਾਂਦੇ ਆ ਕਿਤੇ ਘੁੰਮਣ ਫਿਰਨ ਤੇ ਫਿਰ ਉਹ ਚਾਹੁੰਦੇ ਆ ਕਿ ਵੀ ਪੌਲ ਚੀਮਾ ਵੀ ਦੇਖੇ, ਰਾਲਫ ਮੋਲਰ ਵੀ ਉਸ ਚੀਜ਼ ਨੂੰ ਚੈੱਕ ਕਰੇ, ਸੈਂਡੀ ਵੀ ਚੈੱਕ ਕਰੇ। everyone should check those posts that oh they were in Cancun or they went to Mexico, some other destination, or they are in resort, and what they do is they start tagging pictures. People don't like tagging. Why should you tag them? If your content is useful enough, they will find you. So let them find you rather than you chase them and tap on their back, say, hey, I am Paul Cheema. Doesn't make any sense. So tagging ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਇੱਕ ਏਡੀ ਕੁ ਵੱਡੀ ਨਿਊਸੈਂਸ ਬਣ ਚੁੱਕੀ ਹੈ ਜਿਹੜੀ ਕਿ ਅਵੋਇਡ ਕਰਨੀ ਚਾਹੀਦੀ ਹੈ। ਮੈਂ ਅਕਸਰ ਜਿਹੜੇ ਬੰਦੇ ਮੈਨੂੰ ਟੈਗ ਕਰਦੇ ਆ ਮੈਂ ਉਹਨਾਂ ਨੂੰ ਯੂਜ਼ਲੀ ਅਨਫਰੈਂਡ ਕਰ ਦਿੰਦਾ ਔਰ ਮੈਂ ਟੈਗ ਨੂੰ ਰਿਮੂਵ ਕਰ ਦਿੰਦਾ ਕਿਉਂਕਿ it starts sending out so many useless notifications that you don't want to be part of. ਤੁਹਾਡਾ ਫੋਨ ਜਿਹੜਾ 24 ਘੰਟੇ ਤੁਹਾਨੂੰ ਕੁਛ ਨਾ ਕੁਛ ਸਿੱਟ ਹੀ ਜਾਂਦਾ। Not only it drains your battery but it unnecessarily distracts somebody's attention too. So social media ਉੱਤੇ ਲੋਕੀ ਇੱਕ ਯੂਜ਼ਫੁਲ ਕੰਟੈਂਟ ਲੈ ਕੇ ਆਉਂਦੇ ਆ ਤੇ ਉਹਨੂੰ ਹੀ ਦੇਖਦੇ ਆ। ਉਹ ਯੂਜ਼ਫੁਲ ਕੰਟੈਂਟ ਤੁਹਾਡੇ ਪ੍ਰੋਫੈਸ਼ਨ ਬਾਰੇ ਨੌਲੇਜ ਹੋ ਸਕਦੀ ਹੈ, ਤੁਸੀਂ ਲੋਕਾਂ ਦਾ ਕਿੱਦਾਂ ਫਾਇਦਾ ਕਰ ਸਕਦੇ ਉਹ ਹੋ ਸਕਦੀ ਹੈ। ਲੋਕੀ ਤੁਹਾਡੇ ਪ੍ਰੋਫੈਸ਼ਨ ਨੂੰ ਜਾਂ ਤੁਹਾਡੇ ਸਰਵਿਸ ਨੂੰ ਕੇਅਰ ਨਹੀਂ ਕਰਦੇ, ਉਹ ਇਹ ਦੇਖਦੇ ਆ ਕਿ ਤੁਸੀਂ ਉਹਨਾਂ ਵਾਸਤੇ ਕੀ ਲੈ ਕੇ ਆ ਸਕਦੇ ਹੋ। ਉਹ ਕਹਿੰਦੇ ਆ ਨਾ ਜੀ ਵਾਟਸ ਇਨ ਇਟ ਫॉर ਮੀ, ਰੇਡੀਓ ਸਟੇਸ਼ਨ WIIFM ਜੀ, ਉਹ ਤੁਸੀਂ ਨਹੀਂ ਡਿਲੀਵਰ ਕਰ ਸਕਦੇ। ਸੋਸ਼ਲ ਮੀਡੀਆ ਮੀਨਸ ਨਥਿੰਗ। ਸਿਰਫ ਇਹ ਕਹਿਣਾ ਜੀ ਮੇਰੇ ਕੋਲ ਲਿਸਟਿੰਗ ਹੈਗੀ ਆ ਜਾਂ ਮੈਂ ਆ ਕਰਦਾ ਜਾਂ ਉਹ ਕਰਦਾ is not going to get you people who would like to follow you or who would like to be your friends. Unless ਤੁਸੀਂ knowledge share ਕਰਦੇ ਹੋ, nothing will work. So social media ਕਰੋ ਜਦੋਂ ਤੁਹਾਡਾ ਮਾਈਂਡ ਫਰੈਸ਼ ਹੋਵੇ, ਜਦੋਂ ਤੁਹਾਡੇ ਕੋਲ ਪੋਜ਼ਿਟਿਵ ਐਟੀਟਿਊਡ ਹੋਵੇ। ਜੇ ਤੁਸੀਂ ਕਿਸੇ ਨਾਲ ਲੜ ਕੇ ਆਏ ਹੋ, ਤੁਹਾਡੀ ਘਰ ਵਾਲੀ ਨਾਲ ਲੜਾਈ ਹੋ ਗਈ ਹੈ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਚੰਗਾ ਪੋਸਟ ਕਰਦੇ ਆ, ਨਹੀਂ ਪੋਸਟ ਹੋਣਾ। ਐਂਡ ਟਰਾਈ ਟੂ ਬੀ ਰੀਅਲ ਯੂ ਜਿਹੜਾ ਉਹ ਹਮੇਸ਼ਾ ਲੋਕਾਂ ਨਾਲ ਜੁੜਦਾ। ਪਰਫੈਕਸ਼ਨ ਜਿਹੜੀ ਹੈ ਨਾ ਬੜੀ ਓਵਰਰੇਟਡ ਹੈ ਕਿ ਵੀ ਸ਼ੁੱਡ ਬੀ ਪਰਫੈਕਟ। ਦੈਟਸ ਓਕੇ। ਡੂਇੰਗ ਇਜ਼ ਵਾਟ ਮੈਟਰਸ ਮੋਸਟ ਦੈਨ ਬੀਇੰਗ 100% ਪਰਫੈਕਟ। ਕਰ ਲੈਣਾ ਚਾਹੀਦਾ ਕੰਮ, ਇਹ ਜ਼ਰੂਰੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਇੱਕ ਲਿਸਟਿੰਗ ਸ਼ੇਅਰ ਕਰਾਂਗੇ, ਨਾਮ ਤੇ ਨਹੀਂ ਉਹਦਾ ਲਵਾਂਗੇ, ਐਡਰੈਸ ਨਹੀਂ ਲਵਾਂਗੇ ਉਹਦਾ, ਪਰ ਤੁਹਾਨੂੰ ਮੈਂ ਦੱਸੂਗਾ ਕਿ ਇਹਦਾ ਪ੍ਰਾਈਸ ਇਸ ਵਕਤ ਪੀਲ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ। ਉਸ ਤੋਂ ਅਗਲੀ ਪ੍ਰਾਪਰਟੀ ਕਿਹੜੀ ਹੈ ਉਹਦੀ ਵੀ ਗੱਲ ਕਰਾਂਗੇ। I will tell you how the prices of these two listings appreciated in the last few years. ਉਹਦੇ ਨਾਲ ਅਸੀਂ ਹਿਸਟੋਰੀਕਲ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੇ, ਉਹਦੇ ਵੱਲ ਅਸੀਂ ਜਲਦੀ ਹੀ ਵੱਧ ਰਹੇ ਹਾਂ। ਅਸੀਂ ਕੱਲ ਗੱਲ ਕੀਤੀ ਸੀ ਕੋਰ ਹਾਊਸਿੰਗ ਨੀਡਸ ਦੀ। ਅਸੀਂ ਗਿਆ ਸੀਗਾ ਕਿ ਕੋਰ ਹਾਊਸਿੰਗ ਨੀਡ ਜਿਹੜੀ ਹੈ, ਹਾਊਸਿੰਗ ਨੀਡਸ ਜਿਹੜੀ ਹੈਗੀ ਆ ਉਹ ਸਿਨੈਰੀਓ 3 ਤਰ੍ਹਾਂ ਦੇ ਡਿਵਾਈਡ ਕੀਤੇ ਆ। ਇੱਕ ਤਾਂ ਉਹਦੇ 'ਚ ਹੈਗੀ ਹੈ ਐਡਿਕੁਏਟ, ਇੱਕ ਹੈਗੀ ਹੈ ਸੁਟੇਬਲ, ਇੱਕ ਹੈਗੀ ਹੈ ਅਫੋਰਡੇਬਲ। ਸੋ adequate housing means the house doesn't need any repair or it's okay. You are not spending over 30% of your gross income on maintenance of the property. That is adequate housing. ਫਿਰ ਅਸੀਂ ਗੱਲ ਕੀਤੀ suitability ਦੀ। Suitable housing ਜਿਹੜੀ ਹੈ that's a kind of housing which meets your family's needs. ਜੇ 3 ਬੱਚੇ ਹੈ and you have 3 bedrooms in the house, that means it is okay, it is stable. But if you have 6 children and 2 bedroom house, then this is not a suitable housing. ਫਿਰ ਅਸੀਂ ਗੱਲ ਕੀਤੀ ਸੀ affordability ਦੀ। So for a house to be affordable, you shouldn't be spending more than 30% of your gross income, that is the income before taxes, on house maintenance. So ਕਈ ਲੋਕੀ ਇੱਥੇ ਜਿਹੜੇ ਆ ਉਹਨਾਂ ਦੀ ਇਨਕਮ ਹੈਗੀ ਆ 60,000 ਪਰ $30,000 they are spending on managing their home or paying for the living expenses to rent a property or to pay the mortgage. So ਉਹ ਜਿਹੜੇ ਬੰਦੇ ਆ if they can move out to a more affordable housing where their net living expenses are less than 30% of their gross income, they are not considered for the data because ਉਹਨਾਂ ਕੋਲ ਆਪਸ਼ਨ ਹੈਗੀ ਹੈ ਅਫੋਰਡੇਬਲ ਹਾਊਸਿੰਗ ਜਾਣ ਦੀ, ਪਰ ਉਹਨਾਂ ਨੇ ਚੁਆਇਸ ਜਿਹੜੀ ਕੀਤੀ ਹੈ ਗਲਤ ਕੀਤੀ ਹੈ, ਉੱਥੇ ਹੈਵੀ ਰੈਂਟ ਪੇ ਕਰਕੇ ਰਹਿ ਰਹੇ ਆ। ਇਹ ਡਾਟਾ ਜਿਹੜਾ ਹੈ ਐਨਾਲਾਈਜ਼ ਕੀਤੇ ਜਾਂਦੇ ਆ ਵਿਦ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਥਰੂ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੀ ਇਹਨੂੰ
ਨਾਲ ਮੋਨੀਟਰ ਕਰਦੀ ਹੈ, ਐਂਡ ਡਾਟਾ ਜਿਹੜੇ ਆ ਬੜੇ ਯੂਜ਼ਫੁਲ ਹੈ ਫੋਰ ਨੋਇੰਗ ਵੇਅਰ ਵੀ ਆਰ ਗੋਇੰਗ ਐਂਡ ਵੇਅਰ ਵੀ ਆਰ ਹੈਡਡ ਐਂਡ ਹਾਊ ਦ ਆਊਟਕਮ ਇਜ਼ ਗੋਇੰਗ ਟੂ ਅਫੈਕਟ ਆਵਰ ਲਾਈਫਸ। 2017 ਤੋਂ ਲੈ ਕੇ ਹੁਣ ਤੱਕ ਜਿਹੜੀ ਮਾਰਕੀਟ ਆ ਉਹ ਬੜੀ ਚੇਂਜ ਹੋਈ ਹੈ। If I share some statistic with you, you will be totally blown away by what we have and how the things totally change. ਮੈਂ ਤੁਹਾਡੇ ਨਾਲ ਇੱਕ ਇਮੇਜ ਸ਼ੇਅਰ ਕਰੂੰਗਾ, ਉਸ ਇਮੇਜ ਦੇ ਉੱਤੇ ਡਾਟਾ ਜਿਹੜਾ ਹੈਗਾ ਉਹ ਤੁਹਾਨੂੰ ਦੱਸੂਗਾ ਕਿ how things have been moving. So give me 1 second before I upload this data, you can see this data. ਆ ਤੁਸੀਂ ਦੇਖ ਰਹੇ ਹੋ ਡਾਟਾ ਕਿ ਇਹ ਡਾਟਾ ਜਿਹੜਾ ਹੈ ਇਹ ਨੰਬਰ ਆਫ ਸੇਲਸ ਕਿੱਦਾਂ ਮੂਵ ਹੋਈਆਂ ਫਸਟ ਗ੍ਰਾਫ ਦੇ ਵਿੱਚ, ਤੇ ਉਹਨਾਂ ਦੀ ਡਿਮਾਂਡ ਵਗੈਰਾ ਕਿੱਦਾਂ ਚੇਂਜ ਹੋ ਰਹੀ ਹੈ ਉਹਦੀ। ਇਹ ਸਾਰੇ ਡਾਟੇ ਜਿਹੜੇ ਦੇਖੋਗੇ 2017 ਤੋਂ ਲੈ ਕੇ 2022 ਤੱਕ ਡਾਟਾ ਟੋਟਲੀ ਆਲਟਰ ਹੋਇਆ। ਸੋ ਵੀ ਵਿਲ ਟਾਕ ਮੋਰ ਅਬਾਊਟ ਦਿਸ ਇਨਫੋਰਮੇਸ਼ਨ ਇਨ ਅ ਵੈਰੀ ਸ਼ੋਰਟ ਟਾਈਮ, ਸੋ ਸਟੇ ਟਿਊਨਡ ਫॉर ਮੋਰ ਇਨਫੋਰਮੇਸ਼ਨ। ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਡੇ ਨਾਲ ਇੱਕ ਡਿਸਕਸ ਕਰਨੀ ਹੈ ਲਿਸਟਿੰਗ, ਦੋ ਲਿਸਟਿੰਗ ਤੁਹਾਡੇ ਨਾਲ ਡਿਸਕਸ ਕਰੂੰਗਾ ਜਿਹੜੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਇਨ ਦਾ ਪੀਲ ਰੀਜਨ। ਇੱਕ ਤੇ ਜਿਹੜੀ ਹੈਗੀ ਹੈ ਬਰੈਂਪਟਨ ਦੇ ਵਿੱਚ ਹੈਗੀ ਹੈ। ਦਿਸ ਇਜ਼ ਅ 4+1 ਬੈਡਰੂਮ ਹਾਊਸ, 5000 ਸਕੁਅਰ ਫੁੱਟ ਦਾ ਉਹਦਾ ਲਿਵਿੰਗ ਏਰੀਆ, ਡੀਟੈਚਡ ਹੈ ਐਂਡ ਲਿਸਟਡ ਫॉर $41.9 million, ਹੋਪਿੰਗ $41.9 million। ਇਹਦੇ 'ਚ ਕਹਿੰਦੇ ਆ ਜੀ 4+1 ਬੈਡਰੂਮ ਆ, 5 ਬਾਥਰੂਮ ਆ, ਤੇ ਇਹਦੇ 'ਚ ਏਕੜ ਜਿਹੜੀ ਆ ਬਹੁਤ ਜ਼ਿਆਦਾ, ਇਹ ਨਾਰਥ ਵਾਲੇ ਪਾਸੇ ਹੈਗੀ ਆ। ਇਹਦੇ ਮੈਂ ਤੁਹਾਨੂੰ ਡਿਟੇਲ ਚਾਹੀਦੀ ਹੋਏ, ਇਫ ਯੂ ਆਰ ਟਰਾਈਂਗ ਟੂ ਬਾਏ ਸਮਥਿੰਗ ਲਾਈਕ ਦਿਸ ਯੂ ਕੈਨ ਆਲਵੇਜ਼ ਕਾਲ ਮੀ ਐਟ 647-333-2273। ਜਿਹੜੀ ਦੂਜੀ ਲਿਸਟਿੰਗ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਬੜੀ ਇੰਟਰਸਟਿੰਗ ਹੈ। ਦਿਸ ਇਜ਼ ਇਨ ਮਿਸੀਸਾਗਾ। ਮਿਸੀਸਾਗਾ ਦੇ ਵਿੱਚ ਇਹ ਲਿਸਟਿੰਗ ਜਿਹੜੀ ਹੈ ਇਹ ਲਿਸਟ ਕੀਤੀ ਗਈ ਆ। ਇਹਦੇ 'ਚ 6 ਬੈਡਰੂਮ ਆ, 1 ਬੈਡਰੂਮ ਥੱਲੇ ਆ ਜਾਂ ਰੈਕ ਰੂਮ ਆ, 13 ਬਾਥਰੂਮਸ, ਸੋ ਟੋਟਲ 14.5 ਰੂਮ ਹੈ ਜੀ, ਟੋਟਲ 25 ਪਾਰਕਿੰਗ ਸਪਾਟਸ ਆ। ਇਹਨੂੰ ਬਹੁਤ ਦਿਨ ਹੋ ਗਏ ਆ ਮਾਰਕੀਟ 'ਚ ਲੱਗੀ ਨੂੰ। ਇਹਦਾ ਲਿਸਟ ਪ੍ਰਾਈਸ $37.5 million, $37.5 million ਦੀ ਇਹ ਲਿਸਟਿੰਗ। ਇਹਦੇ ਪ੍ਰੋਪਰਟੀ ਟੈਕਸ ਜਿਹੜੇ ਆ ਮੇਰਾ ਖਿਆਲ ਮੇਰੀ ਸਾਰੇ ਸਾਲ ਦੀ ਜਿਹੜੀ ਕਮਿਸ਼ਨ ਹੈ ਉਹਦੇ ਬਰਾਬਰ ਆ, ਵਿਚ ਇਜ਼ $102,953 ਐਜ਼ ਪਰ 2021। ਇਹਦਾ ਜਿਹੜਾ ਪ੍ਰੋਪਰਟੀ ਦਾ ਜਿਹੜਾ ਪਿੱਛੇ ਜਦੋਂ ਇਹ ਵਿਕੀ ਸੀ ਪ੍ਰੋਪਰਟੀ ਲਾਸਟ ਟਾਈਮ, it had only sold for $3.6 million. So $3.6 million sale ਇਹਦੀ ਰਜਿਸਟਰ ਕੀਤੀ ਗਈ ਸੀ 2007 ਦੇ ਵਿੱਚ, and now the same house is listed for $37.5 million from 2007 to 2022. It is just 15 years. ਕਮਾਲ ਦੀ ਗੱਲ ਆ। ਹੁਣ let's see how this property sells, ਕਿਉਂਕਿ ਬੜੀ ਇੰਟਰਸਟਿੰਗ ਹੋਏਗੀ, ਤੁਸੀਂ ਇਹਨੂੰ ਵਾਚ ਕਰਿਓ। ਦੇਰ ਆਰ ਮੈਨੀ ਸੱਚ ਪ੍ਰੋਪਰਟੀਜ਼। ਮੈਂ ਕਿਉਂ ਤੁਹਾਨੂੰ ਇਹ ਚੀਜ਼ ਪੁਆਇੰਟ ਆਊਟ ਕੀਤੀ ਆ, ਉਹਦਾ ਇੱਕੋ ਵਜ੍ਹਾ ਕਿ ਮਕਾਨਾਂ ਦੀਆਂ ਜਿਹੜੀਆਂ ਕੀਮਤਾਂ ਨੇ ਇਹ ਬਹੁਤ ਜ਼ਿਆਦਾ ਵਧੀਆਂ ਹੋਈਆਂ। ਇਹ ਹੁਣ ਕਹਿੰਦੇ ਆ ਜੀ ਇਹ ਘਟ ਜਾਣੀਆਂ, ਇਹ ਥੱਲੇ ਆਉਣੀਆਂ। ਆਈ ਡੋਂਟ ਨੋ, ਆਈ ਹੈਵ ਨੋ ਆਈਡੀਆ ਇਹ ਕਿੱਥੇ ਜਾਣਗੀਆਂ, ਪਰ ਐਜ਼ ਫਾਰ ਐਜ਼ ਆਈ ਅੰਡਰਸਟੈਂਡ ਦਿਸ ਇਜ਼ ਨੋਟ ਗੋਇੰਗ ਟੂ fade because of certain changes that are coming to the market. Demand supply ratio will always offset whatever government tries to do. Capitalistic society है, उन्होंने पैसे बनाने हैं पर लोगों को मकान चाहिए, उम्मीदां नहीं चाहिए। They are planning to make 20,000 houses every year, but at the same time they are getting more than 450,000 new immigrants into Canada. So demand ਤੇ ਵੈਸੇ ਹੀ escalate ਹੋ ਕੇ ਆ ਰਹੀ ਹੈ। So new immigrants plus current buyers equal to demand and supply issues, ਇਹ ਰਹਿਣੇ। so ਜੇ ਉਹਨਾਂ ਨੂੰ ਇੰਨੇ ਲੱਗਦਾ ਕਿ ਜੀ ਕੰਟਰੋਲ ਕਰਨੀ ਹੈ, ਫੋਰਨ ਬਾਇਰ ਬੈਨ ਕਰਨ ਤੋਂ ਇਲਾਵਾ ਜੇ ਇਮੀਗ੍ਰੇਸ਼ਨ ਬੈਨ ਕਰ ਦੇਣ 6 ਮਹੀਨੇ ਲਈ, it might have a different effect. ਪਰ ਇਕੋਨਮੀ ਜਿਹੜੀ ਹੈ it moves because of immigrants. Immigrants bring tons of money into Canada which government wants. ਸੋ ਸਕੂਲ ਅਦਾਰੇ ਜਿਹੜੇ ਆ ਉਹ ਇਮੀਗ੍ਰੇਸ਼ਨ ਦੇ ਉੱਤੇ ਚੱਲ ਰਹੇ ਆ।
ਜਿੱਥੇ ਇੱਕ ਕੈਨੇਡੀਅਨ ਨੇ ਫੀਸ ਜਿਹੜੀ ਘੱਟ ਦੇਣੀ ਹੈ, ਜਿਹੜੇ ਇਮੀਗ੍ਰੇਟ ਕਰਕੇ ਸਟੂਡੈਂਟਸ ਆਉਂਦੇ ਆ ਉਹ ਮੇਰੇ ਖਿਆਲ ਡਬਲ ਜਾਂ ਟ੍ਰਿਪਲ ਫੀਸ ਪੇ ਕਰਦੇ ਆ ਸੇਮ ਐਜੂਕੇਸ਼ਨ ਲੈਣ ਲਈ। ਹਾਊ ਕੈਨ ਗਵਰਨਮੈਂਟ ਲੈਟ ਗੋ ਆਫ ਇਮੀਗ੍ਰੇਸ਼ਨ? ਸੋ ਮੇਰਾ ਖਿਆਲ ਹੈ ਇਹਨਾਂ ਨੂੰ ਟੀਚਰ ਥੋੜ੍ਹੇ ਜਿਹੇ ਵਧਾਉਣੇ ਚਾਹੀਦੇ ਆ। ਇਹ ਬੜਾ ਕੌੜਾ ਸੱਚ ਹੈ ਜੀ, ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਲਵੋ, ਤੁਸੀਂ ਇਹਨੂੰ ਮਾੜੇ ਤਰੀਕੇ ਨਾਲ ਲਵੋ। ਦ ਬੋਟਮ ਲਾਈਨ ਇਜ਼ ਦਿਸ ਇਜ਼ ਵਾਟ ਇਟ ਇਜ਼। ਸੋ ਕਾਲਿੰਗ a spade is what we should be doing। ਕਿਉਂਕਿ ਸੁਪਨੇ ਜਿਹੜੇ ਆ ਜਿੰਨੇ ਮਰਜ਼ੀ ਲੈ ਲਓ, ਪਰ ਜੋ ਹਕੀਕਤਾਂ ਨੇ ਉਹ ਚੇਂਜ ਨਹੀਂ ਹੋ ਸਕਦੀਆਂ। ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਅੱਜ ਪਿਛਲੇ ਜਿਹੜੇ 2 ਦਿਨ ਗਏ ਆ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਪੀਲ ਰੀਜਨ ਦੇ ਵਿੱਚ ਮਾਰਕੀਟ ਕਿੱਦਾਂ ਮੂਵ ਕੀਤੀ ਹੈ। ਸੋ ਇਨ these 2 days there are 82 new listings that came in। 82 listings came in just in 2 days and ਉਹਦੇ ਵਿੱਚੋਂ 26 ਲਿਸਟਿੰਗ ਜਿਹੜੀਆਂ ਨੇ ਉਹਦੇ ਵਿੱਚੋਂ in addition 26 ਲਿਸਟਿੰਗ ਜਿਹੜੀਆਂ ਨੇ they change their price। ਸੋ ਪ੍ਰਾਈਸ ਚੇਂਜ ਦਾ ਮਤਲਬ ਇਹ ਨਹੀਂ ਕਿ ਪ੍ਰਾਈਸ ਨੈਗੇਟਿਵ ਗਏ ਆ, ਕਈਆਂ ਦੇ ਪ੍ਰਾਈਸ ਜਿਹੜੇ ਆ ਅਪਵਰਡ ਵੀ ਰਿਵਾਈਜ਼ ਹੁੰਦੇ ਆ। ਸੋ ਇਟ ਇਜ਼ ਰੀਅਲੀ ਇੰਪੋਰਟੈਂਟ ਦੈਟ ਯੂ ਅੰਡਰਸਟੈਂਡ ਦੈਟ ਥਿੰਗ। ਸੋ ਉਹਦੇ 'ਚ ਜਿਹੜੀਆਂ ਸੋਲਡ ਲਿਸਟਿੰਗਸ ਹੋਈਆਂ ਪਿਛਲੇ 2 ਦਿਨਾਂ 'ਚ ਹੋਈਆਂ 35। 82 ਲਿਸਟਿੰਗਸ ਕੇਮ ਇਨ, 32 ਸੋਲਡ। ਹੁਣ ਤੁਸੀਂ ਇਹਦੀ ਰੇਸ਼ੋ ਕੱਢ ਲਵੋ, ਡਿਵਾਈਡ 35 by 82, you will find how many, what percent is sold। And this will give you a very good indicator of how the market is moving ਤੇ ਬਾਇਰ ਜਿਹੜੇ ਕਿੱਥੇ ਜਾ ਰਹੇ ਆ। ਹੁਣ ਕਹਿ ਰਹੇ ਜੀ ਕਿ ਸਾਡੇ ਕੋਲ ਮਲਟੀਪਲ ਆਫਰ ਜਿਹੜੇ ਆ ਫਿਰ ਆਣੇ ਬੰਦ ਹੋ ਗਏ ਆ, ਕੰਡੀਸ਼ਨਲ ਆਫਰ ਐਕਸੈਪਟ ਹੋ ਰਹੇ ਆ। ਮੈਂ ਕਹਿੰਦਾ ਬੜੀ ਚੰਗੀ ਗੱਲ ਆ, ਕੰਡੀਸ਼ਨਲ ਆਫਰ ਆਣੇ ਵੀ ਚਾਹੀਦੇ ਆ। ਕੰਡੀਸ਼ਨਲ ਆਫਰ ਤੋਂ ਬਗੈਰ ਬਾਇਰ ਜਿਹੜਾ ਪ੍ਰੋਟੈਕਟ ਨਹੀਂ ਹੁੰਦਾ। ਸਰਕਾਰ ਕਹਿੰਦੀ ਹੋਮ ਬਾਇਰ ਬਿੱਲ ਆਫ ਰਾਈਟਸ ਲੈ ਕੇ ਆਉਣਾ, ਡਿਮਾਂਡ ਐਂਡ ਸਪਲਾਈ ਫਿਕਸ ਕਰ ਦੇਣਗੇ, ਐਵਰੀਥਿੰਗ ਵਿਲ ਗੈਟ ਫਿਕਸ। ਹੋਮ ਬਾਇਰ ਦੇ ਰਾਈਟਸ ਆਟੋਮੈਟਿਕਲੀ ਪ੍ਰੋਟੈਕਟ ਹੋ ਜਾਣੇ ਆ when they are able to put conditions on financing and home inspection। Unless the demand and supply is set right, any government regulation is going to boomerang on them। It's not going to make any different story। terminate listing ਹੋਈਆਂ ਜੀ 36 ਲਿਸਟਿੰਗਾਂ terminate ਹੋਈਆਂ, 36 ਜੋ ਕਈ ਦੁਆਰਾ ਵੀ ਰੀਲਿਸਟ ਹੋਈ ਹੋਣੀਆਂ which may be a part of 82 new listing that came in। ਤੇ ਸਸਪੈਂਡ ਵੀ ਹੁੰਦੀਆਂ ਲਿਸਟਿੰਗਾਂ ਜੀ। ਸਸਪੈਂਸ਼ਨ ਜਿਹੜੀ ਹੈ ਉਹਦਾ ਮਤਲਬ ਹੈ ਕਿ ਸਮਥਿੰਗ ਇਜ਼ ਹੈਪਨਿੰਗ, ਬਾਇਰ seller is not ready to sell for a little time। ਹੋ ਸਕਦਾ ਰੈਨੋਵੇਸ਼ਨ ਕਰਦੇ ਹੋਣ, ਹੋ ਸਕਦਾ ਕੁਝ ਹੋਰ ਕਰਦੇ ਹੋਣ, ਪਰ ਉਹਦੇ ਨਾਲ ਥੋੜ੍ਹੀ ਦੇਰ ਲਈ ਪ੍ਰੋਪਰਟੀ ਜਿਹੜੀ ਆ ਉਹ ਹੋਲਡ ਕਰ ਦਿੱਤੀ ਜਾਂਦੀ ਹੈ। ਕਈ ਸੈਲਰ ਜਿਹੜੇ ਆ ਕੋਸ਼ਿਸ਼ ਕਰਦੇ ਆ ਕਿ ਜੀ ਅਸੀਂ ਕਿਸੇ ਹੋਰ ਏਜੰਟ ਦੇ ਨਾਲ ਕਰ ਲਈਏ। ਇਨ ਦੋਜ਼ ਕੇਸਿਸ ਸਮ brokerages will not terminate the listing, they will suspend it ਤਾਂ ਕਿ ਜਿਹੜੀ ਇਹੋ ਜਿਹੀ ਐਕਟੀਵਿਟੀ ਆ ਉਹਨੂੰ ਡਿਸਕਰੇਜ ਕੀਤਾ ਜਾ ਸਕੇ। ਸਾਡੇ ਕੋਲ ਇੱਕ ਲਿਸਟਿੰਗ ਹੈ ਮਿਸੀਸਾਗਾ ਦੇ ਵਿੱਚ, ਮਿਨੀਓਲਾ ਵੈਸਟ ਦੇ ਵਿੱਚ। It is a $3.4 million house। It looks beautiful। ਬਿਲਕੁਲ ਟੋਟਲੀ ਅਪਗ੍ਰੇਡਡ ਹਾਊਸ ਹੈ, ਹੈਜ਼ a large basement। ਉਹਦੇ 'ਚ ਕਿਚਨ ਵੀ ਹੈਗੀ ਹੈ ਬੇਸਮੈਂਟ ਦੇ ਵਿੱਚ। The only thing it doesn't have is a separate entrance। ਐਂਡ ਸੈਪਰੇਟ ਐਂਟਰੈਂਸ ਤੁਹਾਨੂੰ ਪਤਾ ਹੈ ਕਿ ਕੱਢੀ ਵੀ ਜਾ ਸਕਦੀ ਹੈ, ਕਢਾ ਕੇ ਦਿੱਤੀ ਵੀ ਜਾ ਸਕਦੀ ਹੈ, ਅਤੇ ਉਹਦੇ ਨਾਲ ਤੁਸੀਂ ਉਸ ਬੇਸਮੈਂਟ ਨੂੰ ਰੈਂਟ ਆਊਟ ਵੀ ਕਰ ਸਕਦੇ ਹੋ। ਲੋਕੇਸ਼ਨ ਬੜੀ ਲੁਕਰੇਟਿਵ ਹੈ ਜੀ। ਇਟਸ ਰਾਈਟ ਬਿਸਾਈਡ QEW ਐਂਡ ਹਾਈਵੇ 10 ਔਰ ਹਿਰੋਂਟੇਰੀਓ ਸਟਰੀਟ ਇਨ ਮਿਨੀਓਲਾ ਵੈਸਟ। ਮਿਨੀਓਲਾ ਵੈਸਟ ਇੱਕ ਬਹੁਤ ਹੀ ਕਹਿੰਦੇ ਡਿਮਾਂਡ ਵਾਲੀ ਲੋਕੇਸ਼ਨ ਆ। ਦ ਲਾਟ ਇਜ਼ ਅ ਹਮੰਗਸ ਲਾਟ, 100 by 202 ਸਕੁਅਰ ਫੀਟ। ਕਲੀਨ ਲਾਟ ਹੈ, ਲੈਵਲਡ ਹੈ, ਪੱਧਰਾ, ਬਿਲਕੁਲ ਕੁਛ ਨਹੀਂ ਕਰਨ ਦੀ ਜ਼ਰੂਰਤ। ਡਬਲ ਕਾਰ ਗਰਾਜ ਹੈ, ਤੁਸੀਂ ਗੱਡੀ ਅੰਦਰ ਲੈ ਕੇ ਜਾਓ ਸਿੱਧਾ ਜਾਓ। ਐਂਡ ਇਟ ਹੈਜ਼ 3 ਬਿਊਟੀਫੁਲ ਬੈਡਰੂਮਸ। ਲਿਵਿੰਗ ਏਰੀਆ ਇਜ਼ ਸੱਚ ਦੈਟ ਯੂ ਵਿਲ ਫਾਲ ਇਨ ਲਵ ਵਿਦ ਦਿਸ ਹਾਊਸ। ਸਾਡਾ ਅੱਜ ਤੇ ਕੱਲ੍ਹ ਉੱਥੇ ਓਪਨ ਹਾਊਸ ਹੈ। ਜੇ ਤੁਸੀਂ ਈਸਟਰ ਲੌਂਗ ਵੀਕਐਂਡ ਨਹੀਂ ਇੰਜੋਏ ਕਰ ਰਹੇ, ਸੈਲੀਬ੍ਰੇਟ ਨਹੀਂ ਕਰਦੇ, ਤੁਹਾਡਾ ਕੋਈ ਪਲਾਨ ਨਹੀਂ, I implore you to come and enjoy this property from 2 p.m. to 5 p.m. You will see me there। So come there today and tomorrow and see how this house fits into your lifestyle। ਅਸੀਂ ਇਹ ਨਹੀਂ ਕਹਾਂਗੇ ਤੁਸੀਂ ਇਹਨੂੰ ਡਿਮੋਲਿਸ਼ ਕਰਕੇ ਨਵਾਂ ਬਣਾ ਲਓ। ਇਟਸ ਅ ਬਿਊਟੀਫੁਲ ਲਿਵ ਇਨ ਹਾਊਸ। ਜੇ ਤੁਸੀਂ ਇਸ ਤੇ ਫਿਊਚਰ 'ਚ ਕਦੇ ਐਡ ਕਰਨਾ ਹੈ, ਯੂ ਕੈਨ ਆਲਵੇਜ਼ ਐਡ ਵਨ ਸਟੋਰੀ ਔਨ ਟਾਪ ਆਫ ਇਟ ਵਿਦਆਊਟ ਚੇਂਜਿੰਗ ਅ ਸਟਰਕਚਰ। ਐਂਡ ਦਿਸ ਇਜ਼ ਗੋਇੰਗ ਟੂ ਬੀ ਅ ਬਿਊਟੀਫੁਲ ਹਾਊਸ। ਉਸ ਇਲਾਕੇ ਦੇ ਵਿੱਚ ਕਈ ਲੋਕਾਂ ਨੇ ਇਹੋ ਜਿਹੇ ਕੰਮ ਕੀਤੇ ਹੈ।
Without changing the lower level layout, they have added additional floor for more space. If you want, if you have bigger family, you can grow there. You can grow your family. You can have 6 children there. Honestly, trust me on this. ਇੰਨਾ ਵੱਡਾ ਉਹਦੇ 'ਚ ਡੈਕ ਬਣਿਆ ਹੋਇਆ which is synthetic deck ਆ, ਤੁਹਾਨੂੰ ਕਦੇ ਉਹਦੀ ਸਾਰੀ ਉਮਰ ਕੁਛ ਨਹੀਂ ਕਰਨਾ ਪੈਣਾ. Tons of light ਆ. You can have 2 laundries upstairs and downstairs. Downstairs ਹੈਗੀ ਆ, ਉੱਪਰ ਸਿਰਫ ਹੁੱਕਅਪ ਕਰਨ ਵਾਲੀ laundry ਹੈਗੀ ਆ, and everything is laid out for you. Totally highest end ਦਾ ਮਟੀਰੀਅਲ ਉਸ ਪ੍ਰੋਪਰਟੀ 'ਚ ਲੱਗਾ ਹੋਇਆ. ਸਬ ਜ਼ੀਰੋ ਰੈਫਰੀਜਰੇਟਰ ਹੈ ਜੀ, ਜਿਹੜਾ ਕੈਮੋਫਲੈਗਡ ਹੈ with the ਕੀ ਕਹਿੰਦੇ ਆ ਕਿਚਨ ਕੈਬਨਿਟਸ. You will not see it otherwise. It's totally hidden from you. So ਗੈਸ ਸਟਾਪ ਹੈ ਜੀ ਉੱਥੇ, ਤੇ embedded ਜਿਹੜੇ ਹੈਗੇ ਉਹਦੇ 'ਚ ਮਾਈਕ੍ਰੋਵੇਵਸ ਤੇ ਓਵਨਸ ਹੈਗੇ, ਇਲੈਕਟ੍ਰਿਕ ਓਵਨ. So come see this house today 2 to 5 PM. You will see me there. ਮਾਰਕੀਟ ਦੀ ਜਿਹੜੀ ਗੱਲ ਕਰਦੇ ਜਾਈਏ ਤੇ ਮਾਰਕੀਟ ਦੀ ਗੱਲ ਦੇ ਵਿੱਚ ਇਹ ਹੈ ਕਿ ਅਸੀਂ ਗੱਲ ਕਰ ਰਹੇ ਹਾਂ ਕਿ 2017 ਤੋਂ ਲੈ ਕੇ ਮਾਰਕੀਟ ਜਿਹੜੀ ਹੈ ਉਹ ਹਮੇਸ਼ਾ ਵੱਧਦੀ ਰਹੀ ਹੈ. ਮੈਨੂੰ 1 ਮਿੰਟ ਦੇ ਦਿਓ, ਆਈ ਵਿਲ ਕਮ ਵਿਦ ਮੋਰ ਕਲੀਅਰ ਡਾਟਾ, ਕਿਉਂਕਿ ਫॉर ਸਮ ਰੀਜ਼ਨ ਆਈ ਲਾਸਟ ਦੈਟ ਵਿੰਡੋ ਜਿੱਥੇ ਮੇਰੀ ਐਕਸਪਲੇਨੇਸ਼ਨ ਹੈਗੀ ਹੈ. ਰਿਮੈਂਬਰ, ਮੇਰਾ ਇਕੱਲਾ 1 ਮੈਨ ਸ਼ੋ ਹੈ and I try to do as much as I can. So stay with me and make sure you do not leave. And you are here to watch my next segment of this house. Sorry, this broadcast. ਕੀ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ? ਕੀ ਤੁਹਾਡੇ ਪੇਰੈਂਟਸ ਦਾ ਵੀਜ਼ਾ ਰਿਫਿਊਜ਼ ਹੋ ਗਿਆ? ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਰੇ ਹੈਲਪਲਾਈਨ ਵਾਸਤੇ ਕਾਲ ਸੁਖੀ ਪਾਲ, ਜਿਹੜੀ ਕਿ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਆ. ਇਹਨਾਂ ਦੀ ਕੰਪਨੀ ਦਾ ਨਾਮ ਪਪੂਲਰ ਇਮੀਗ੍ਰੇਸ਼ਨ ਕੰਸਲਟੈਂਟ ਸਰਵਿਸ ਇੰਕ ਬਰੈਂਪਟਨ ਦੇ ਵਿੱਚ ਸਥਿਤ ਹੈ ਜੀ. ਇਹਨਾਂ ਦਾ ਫੋਨ ਨੰਬਰ 647 296 4575 ਹੈ. ਇਹਨਾਂ ਦਾ ਦਫ਼ਤਰ ਦਾ ਫੋਨ ਨੰਬਰ 905 790 8877. ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਇਹਨਾਂ ਨੂੰ ਈਮੇਲ ਕਰ ਸਕਦੇ ਹੋ sukhipal@popularimigration.com. ਕੀ ਤੁਸੀਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਲੈਣ ਬਾਰੇ ਸੋਚ ਰਹੇ ਹੋ? ਭੁਪਿੰਦਰ ਮਾਨੇ ਜੀ ਇੱਕ ਰੀਜਨਲ ਡਾਇਰੈਕਟਰ ਹੈਗੇ ਆ ਕਾਸਮੋਸ ਫਾਈਨੈਂਸ਼ੀਅਲ ਸੈਂਟਰ ਦੇ. ਇਹ ਤੁਹਾਨੂੰ ਬੜੀ ਹੀ ਵਧੀਆ ਇੰਸ਼ੋਰੈਂਸ ਤੇ ਇਨਵੈਸਟਮੈਂਟ ਬਾਰੇ ਰਾਏ ਦੇ ਸਕਦੇ ਨੇ. ਇਹਨਾਂ ਨੂੰ ਕਾਲ ਕਰ ਲੈਣਾ 647 448 829. ਕੀ ਤੁਹਾਡਾ ਬਿਜ਼ਨਸ ਸਟਰਗਲ ਕਰ ਰਿਹਾ ਹੈ? ਕੀ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਬਿਜ਼ਨਸ ਦੀ ਪ੍ਰੋਡਕਟਿਵਿਟੀ ਕਿਸ ਤਰ੍ਹਾਂ ਵਧਾਈ ਜਾ ਸਕੇ? ਇਹਨਾਂ ਗੱਲਾਂ ਦਾ ਹੱਲ ਹੈ. ਅੱਜ ਹੀ ਕਾਲ ਕਰੋ ਰਵਿੰਦਰ ਧੁੱਗੀ ਜੀ ਨੂੰ, ਜਿਹੜੇ ਕਿ ਤੁਹਾਡੇ ਬਿਜ਼ਨਸ ਦੀ ਪੂਰੀ ਤਰ੍ਹਾਂ ਛਾਣਬੀਨ ਕਰਕੇ ਤੁਹਾਨੂੰ ਨੁਕਸ ਲੱਭ ਕੇ ਉਹਨੂੰ ਫਿਕਸ ਵੀ ਕਰਨਾ ਦੱਸਣਗੇ ਤੇ ਤੁਹਾਡੀ ਪ੍ਰੋਡਕਟਿਵਿਟੀ ਵਧਾਉਣਗੇ. ਉਹਨਾਂ ਦਾ ਫੋਨ ਨੰਬਰ 416 807 7986 416 807 7986. ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਮੈਨੂੰ ਕਾਲ ਕਰ ਲੈਣਾ. ਕਾਲ ਚੀਮਾ, ਮੈਂ ਅਕਾਲ ਮੌਰਗੇਜ ਦੇ ਨਾਲ, ਜਿਹਦਾ ਲਾਇਸੈਂਸ ਨੰਬਰ 10845 ਹੈ, ਬਤੌਰ ਮੌਰਗੇਜ ਬ੍ਰੋਕਰ ਕੰਮ ਕਰਦਾ. ਇਹਦੇ ਨਾਲ ਹੀ ਮੈਂ ਰੀਅਲ ਏਸਟੇਟ ਦਾ ਬ੍ਰੋਕਰ ਵੀ ਹਾਂ ਤੇ ਰੀਮੈਕਸ ਪ੍ਰਾਈਮ ਪ੍ਰਾਪਰਟੀ ਦੇ ਨਾਲ ਕੰਮ ਕਰਦਾ ਹਾਂ. ਮੇਰਾ ਫੋਨ ਨੰਬਰ 647 333 2273 ਅਤੇ 647 328 3279 ਹੈ. ਕਿਸੇ ਤਰ੍ਹਾਂ ਦੀ ਸੇਵਾਵਾਂ ਲੈਣ ਲਈ ਰੀਅਲ ਏਸਟੇਟ ਸੰਬੰਧੀ ਜਾਂ ਮੌਰਗੇਜ ਸੰਬੰਧੀ ਮੈਨੂੰ ਕਾਲ ਜ਼ਰੂਰ ਕਰ ਲੈਣਾ. ਮਨੀਸ਼ਾ ਡਿਸਕਾਊਂਟ ਵੇਅਰ ਹਾਊਸ, ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਕੋਲ ਸਮਾਨ ਮਿਲਦਾ, ਹਿੰਦੁਸਤਾਨ ਤੇ ਪਾਕਿਸਤਾਨ ਦਾ. ਇਹਨਾਂ ਕੋਲ ਲੋਕਲ ਸਮਾਨ ਵੀ ਹੈ. ਇਹਨਾਂ ਦੇ ਕੋਲ ਹਰ ਤਰ੍ਹਾਂ ਦੀ ਡੀਲ ਅਵੇਲੇਬਲ ਹੈ. ਤੁਹਾਨੂੰ ਇੱਕ ਬਹੁਤ ਵਧੀਆ ਸਟੋਰ ਦੀ ਜਾਣਕਾਰੀ ਦੇ ਰਹੇ ਹਾਂ. ਰਵਿੰਦਰ ਗੁਪਤਾ ਜੀ ਨੂੰ ਕਾਲ ਕਰ ਲੈਣਾ 905 361 0773 ਤੇ. ਇਹ ਡਿਸਕਾਊਂਟ ਵੇਅਰ ਹਾਊਸ ਜਿਹੜਾ 377 ਬਰਨਮਥੋਰਪ ਰੋਡ ਈਸਟ ਮਿਸੀਸਾਗਾ, ਜਿਹੜਾ ਕਿ ਸੈਂਟਰਲ ਪਾਰਕਵੇ ਤੇ ਬਰਨਮਥੋਰਪ ਰੋਡ ਈਸਟ ਦੇ ਨਾਰਥ ਈਸਟ ਕਾਰਨਰ ਦੇ ਵਿੱਚ ਸਥਿਤ ਹੈ. ਉੱਥੇ ਤੁਸੀਂ ਪਾਸਪੋਰਟ ਦੀਆਂ ਫੋਟੋ ਵੀ ਖਿਚਵਾ ਸਕਦੇ ਹੋ. ਇਹਨਾਂ ਨੂੰ ਜਾਣਕਾਰੀ ਲਵੋ, ਇਹਨਾਂ ਨੂੰ ਕਾਲ ਕਰੋ 905 361 0773. ਕੀ ਤੁਸੀਂ ਆਪਣੇ ਅਕਾਊਂਟ ਇੱਕ ਬਹੁਤ ਹੀ ਚੰਗੇ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਹੋ? ਅੱਜ ਹੀ ਡੀਪੀ ਜੈਨ, ਜੋ ਕਿ ਡੀਪੀ ਜੈਨ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਤਾ ਧਰਤਾ ਨੇ, ਉਹਨਾਂ ਨੂੰ ਕਾਲ. ਉਹਨਾਂ ਦਾ ਫੋਨ ਨੰਬਰ 790 9327 905 790 9327 ਅਤੇ ਉਹਨਾਂ ਦਾ ਸੈੱਲ ਨੰਬਰ 416 305 0080 416 305 0080. ਇਹਨਾਂ ਦਾ ਦਫ਼ਤਰ ਯੂਨਿਟ ਨੰਬਰ 6 30 ਇੰਟਰਮੋਡਲ ਡਰਾਈਵ ਬਰੈਂਪਟਨ ਓਨਟਾਰੀਓ ਵਿਖੇ ਹੈ. ਸਭ ਤੋਂ ਵਧੀਆ ਕੰਮ ਕਰਦੇ ਨੇ. ਇਹਨਾਂ ਦੀ ਰੈਪੂਟੇਸ਼ਨ ਬਹੁਤ ਹੀ ਜ਼ਿਆਦਾ ਚੰਗੀ ਹੈ. ਡੀਪੀ ਜੈਨ ਨੂੰ ਅੱਜ ਹੀ ਤੁਸੀਂ ਸੰਪਰਕ ਕਰੋ ਅਤੇ ਭਰੋਸੇਯੋਗ ਅਕਾਊਂਟਿੰਗ ਦੀਆਂ ਸੇਵਾਵਾਂ ਦਾ ਲਾਭ ਉਠਾਓ. ਜੇ ਤੁਸੀਂ ਆਪਣਾ ਬਿਜ਼ਨਸ PC24 RETV ਦੇ ਵਿੱਚ ਸਪਾਂਸਰ ਕਰਵਾਉਣਾ ਚਾਹੁੰਦੇ ਹੋ
ਤੇ ਅੱਜ ਹੀ ਪੌਲ ਚੀਮਾ ਨੂੰ 647 333 2273 ਤੇ ਕਾਲ ਕਰ ਲਵੋ। ਅਸੀਂ ਕੋਈ ਵੀ ਚਾਰਜ ਨਹੀਂ ਕਰਦੇ। ਇਹ ਸੇਵਾ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਪੌਲ ਚੀਮਾ 647 333 2273।
ਮੇਰਾ ਖਿਆਲ ਹੈ ਕਿ ਮੈਂ ਬੋਲਦਾ ਬੜੀ ਦੇਰ ਰਿਹਾ, ਪਰ ਸ਼ਾਇਦ ਮੈਂ ਆਡੀਓ ਲਾਈਨ ਜਿਹੜੀ ਆਪਣੀ ਡਿਸੇਬਲ ਕਰ ਦਿੱਤੀ, and which caused this audio interruption. So I think the last 10 minutes of my program were without audio. Bingo! Paul Cheema is a great guy. So it is fixed now. What I was saying before, that how the market has been moving from January of 1996 all the way to January, February, March of 2022. So I'm really sorry for this interruption in audio, but maybe next time we will be more careful about the data and what we share. So basically ਇਸ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਸੀਗਾ ਕਿ ਜਨਵਰੀ 1996 ਦੇ ਵਿੱਚ ਹਾਊਸ ਪ੍ਰਾਈਸ ਵਰ 194,000 ਡਾਲਰ ਪ੍ਰਾਈਸ ਸੀਗਾ ਉਹਨਾਂ ਦਾ। ਤੇ ਅਸੀਂ ਇਹ ਵੀ ਗੱਲ ਕੀਤੀ ਹੈ ਜਿਹੜੀ ਰਿਕਾਰਡ ਨਹੀਂ ਹੋ ਸਕੀ ਅਨਫੋਰਚੂਨੇਟਲੀ, which we are going to change very soon. You will see the abridged version of this. ਸੋ ਇਨ ਜਨਵਰੀ 1996 5.3 ਮਹੀਨੇ ਦੀ ਇਨਵੈਂਟਰੀ ਹੁੰਦੀ ਸੀਗੀ, ਜਿਹੜੀ ਕਿ ਬੜੀ ਵਧੀਆ ਬਾਇਰ ਮਾਰਕੀਟ ਸੀ ਉਸ ਟਾਈਮ ਦੇ ਉੱਤੇ। 64 ਦਿਨ ਲੱਗਦੇ ਸੀ ਮਕਾਨ ਵਿਕਣ ਵਾਸਤੇ। 94.9% ਐਵਰੇਜ ਸੇਲ ਟੂ ਪ੍ਰਾਈਸ ਰੇਸ਼ੋ ਸੀ। ਇੱਕ ਸਾਲ ਬਾਅਦ ਇਹ 5,000 ਵਧੇ ਪ੍ਰਾਈਸ। ਉਸ ਤੋਂ ਬਾਅਦ ਈਵਨ ਜਿਹੜੇ ਪ੍ਰਾਈਸ ਜਿਹੜੇ ਹੈਗੇ ਆ ਇਹ 5 ਸਾਲਾਂ 'ਚ ਜੇ ਕਹੀਏ ਕਿ 2000 ਦੇ ਵਿੱਚ ਵੀ ਸਿਰਫ 38,000 ਵਧੇ। 1996 ਤੋਂ ਲੈ ਕੇ 2000 ਜਨਵਰੀ 2000 ਤੱਕ, ਵਿਚ ਵਾਸ ਪ੍ਰੈਟੀ ਡੀਸੈਂਟ। ਉਦੋਂ ਵੀ ਜਿਹੜੀ ਹੈ 2.9 ਮਹੀਨੇ ਦੀ ਇਨਵੈਂਟਰੀ ਸੀਗੀ। ਇਟ ਵਾਸ ਏ ਬੈਲੈਂਸਡ ਮਾਰਕੀਟ, ਕਿਉਂਕਿ 2 ਤੋਂ 3 ਮਹੀਨੇ ਦੀ ਇਨਵੈਂਟਰੀ ਜੇ ਹੈਗੀ ਆ, ਇਟ ਇਜ਼ ਆਲਵੇਜ਼ ਬੈਟਰ ਫॉर ਕੰਜ਼ਿਊਮਰ। ਇਟਸ ਕਾਈਂਡ ਆਫ ਬੈਲੈਂਸਡ ਮਾਰਕੀਟ। ਪਰ ਜੇ ਹੁਣ 2 ਤੋਂ ਥੱਲੇ ਚਲੇ ਜਾਂਦੇ ਆ ਦੈਨ ਇਟ ਬਿਕਮਸ ਸੈਲਰਸ ਮਾਰਕੀਟ। ਹੁਣ ਉਦੋਂ ਵੀ ਮਕਾਨਾਂ ਦੇ ਜਿਹੜੇ ਹੈਗੇ ਆ 48 ਦਿਨ ਲੱਗਦੇ ਸੀ ਵਿਕਣ ਵਾਸਤੇ। 97.3% ਜਿਹੜੀ ਹੈ ਉਹਦੀ ਸੇਲ ਟੂ ਆਸਕਿੰਗ ਪ੍ਰਾਈਸ ਰੇਸ਼ੋ ਹੁੰਦੀ ਸੀਗੀ। ਜੇ ਫਾਸਟ ਫੋਰਵਰਡ ਕਰੀਏ ਡਾਟਾ, ਤੇ ਜਿਹੜੀ 2017 ਦੀ ਮਾਰਕੀਟ ਆ, 17 ਦੀ ਮਾਰਕੀਟ ਦੇ ਵਿੱਚ ਇਹ ਹੋਇਆ ਕਿ ਇਨਵੈਂਟਰੀ ਜਿਹੜੀ ਹੈ 1% ਇੱਕ ਮਹੀਨੇ ਤੇ ਆ ਗਈ। 70.5% ਸੇਲਸ ਟੂ ਨਿਊ ਲਿਸਟਿੰਗ ਰੇਸ਼ੋ ਹੋਣ ਲੱਗ ਗਏ, ਜਿਹੜੇ ਕਿ ਸ਼ੁਰੂ 'ਚ 34, 50, 53% ਹੁੰਦੀਆਂ ਸੀਗੀਆਂ। ਸੋ ਇਹਦਾ ਮਤਲਬ ਹੈ ਕਿ ਜਿੰਨੀਆਂ ਲਿਸਟਿੰਗ ਮਹੀਨੇ 'ਚ ਆਈਆਂ ਉਨੀਆਂ ਫਟਾਫਟ ਵਿਕ ਗਈਆਂ। ਠੀਕ ਹੈ, 7314 ਨਵੀਆਂ ਲਿਸਟਿੰਗਾਂ ਜਨਵਰੀ 2017 ਸੀਗੀਆਂ। ਅਪ੍ਰੈਲ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਉਹਨਾਂ ਨੇ ਹੇਰ ਫੇਰ ਕੀਤਾ ਸਰਕਾਰ ਨੇ, ਉਸ ਵੇਲੇ ਇੱਕਦਮ ਡ੍ਰੌਪ ਹੋ ਗਿਆ ਸੇਲਸ ਟੂ ਨਿਊ ਲਿਸਟਿੰਗ ਰੇਸ਼ੋ। ਇਟ ਬਿਕੇਮ 53.1% ਅਗੇਨ। ਪਰ ਇਨਵੈਂਟਰੀ ਜਿਹੜੀ ਹੈ 0.7 ਤੋਂ ਵੱਧ ਕੇ 1.1 ਹੋ ਗਈ। ਨੰਬਰ ਆਫ ਡੇਜ਼ ਜਿਹੜੇ ਆ ਉਹ ਘਟ ਗਏ ਪਹਿਲਾਂ ਨਾਲੋਂ, ਤੇ ਸੇਲ ਪ੍ਰਾਈਸ ਜਿਹੜਾ ਫਿਰ ਵੀ ਇਟ ਵਾਸ ਓਵਰ 100%। ਦੈਨ ਮਈ, ਜੂਨ ਦੇ ਵਿੱਚ ਇਨਵੈਂਟਰੀ ਇਨਕਰੀਜ਼ ਹੋਈ। ਜੂਨ ਦੇ ਵਿੱਚ ਨਾਰਮਲ ਸਾਈਕਲ ਹੈ, ਲੋਕੀ ਪ੍ਰਾਪਰਟੀਆਂ ਖਰੀਦਦੇ ਆ, ਵੇਚਦੇ ਆ, ਸੈੱਲ ਕਰਦੇ ਆ, ਹਰ ਇੱਕ ਦਾ ਆਪਣਾ ਆਪਣਾ ਪਲਾਨ ਹੈ। ਪਰ ਉਸ ਤੋਂ ਬਾਅਦ ਮਈ, ਜੂਨ ਤੇ ਜੁਲਾਈ, ਅਗਸਤ, ਸਤੰਬਰ ਇਹਨਾਂ ਦੀ ਜਿਹੜੀ ਇਨਵੈਂਟਰੀ ਹੈ 2.6, 2.7, 2.3 ਤੇ ਚੱਲਦੀ ਰਹੀ। ਐਂਡ ਇਹ ਜਿਹੜੀ ਇਨਵੈਂਟਰੀ ਦਾ ਲੈਵਲ ਆ ਇਹ ਬਹੁਤ ਦੇਰ ਤੱਕ ਰਿਹਾ। ਇਹ ਰਿਹਾ ਸਤੰਬਰ 2019 ਤੱਕ। ਸਤੰਬਰ 2019 ਤੋਂ ਬਾਅਦ ਮਾਰਕੀਟ ਫਿਰ ਡ੍ਰੌਪ ਹੋਣੀ ਸ਼ੁਰੂ ਹੋਈ। ਨੰਬਰ ਆਫ ਡੇਜ਼ ਔਨ ਮਾਰਕੀਟ ਜਿਹੜੇ ਆ ਉਹ ਫਿਰ ਥੋੜ੍ਹੇ ਜਿਹੇ ਵਧੇ ਪਹਿਲਾਂ ਨਾਲੋਂ। ਇਨਵੈਂਟਰੀ ਘਟਦੀ ਗਈ, 1.2 ਮਹੀਨੇ ਤੋਂ ਥੱਲੇ ਦੀ ਇਨਵੈਂਟਰੀ ਹੋ ਗਈ। ਫਿਰ ਅਪ੍ਰੈਲ ਦੇ ਵਿੱਚ ਫਿਰ ਸ਼ੂਟ ਅਪ ਕਰ ਗਈ। 3.6 ਮਹੀਨੇ ਦੀ ਬੈਲੈਂਸਡ ਮਾਰਕੀਟ, ਵਧੀਆ ਮਾਰਕੀਟ ਹੋ ਗਈ। ਪਰ ਉਸ ਤੋਂ ਬਾਅਦ ਇਹ ਮਾਰਕੀਟ ਜਿਹੜੀ ਹੈ ਇਹ ਘਟਦੀ ਹੀ ਗਈ ਹੈ। 2019 ਨਵੰਬਰ ਤੋਂ ਬਾਅਦ ਕੋਈ ਇਹੋ ਜਿਹਾ ਦਿਨ ਨਹੀਂਗਾ, ਮਹੀਨਾ ਨਹੀਂਗਾ ਜਿੱਥੇ ਇਹ 2 ਤੋਂ ਉੱਪਰ ਗਈ ਹੋਏ। ਸਰਕਾਰ ਨੇ ਉਦੋਂ ਵੀ ਦਖਲ ਅੰਦਾਜ਼ੀ ਕੀਤੀ ਸੀਗੀ। ਪਰ ਇਸ ਵਕਤ ਜਿਹੜੀ ਜਨਵਰੀ 2022 ਦੀ ਇਨਵੈਂਟਰੀ ਸਟੈਟਿਸਟਿਕਸ ਹੈਗੇ ਆ ਉਹ ਹੈਗੇ ਸੀ ਲੈਸ ਦੈਨ 1 ਮੰਥ, 0.7 ਮੰਥ। 0.7 ਮੰਥ ਮੀਨਸ 21 ਦਿਨਾਂ ਦੀ ਇਨਵੈਂਟਰੀ। ਫਿਰ ਹੁਣ 24 ਦਿਨਾਂ ਦੀ ਇਨਵੈਂਟਰੀ ਹੋ ਗਈ। ਹੁਣ 27 ਦਿਨਾਂ ਦੀ ਇਨਵੈਂਟਰੀ ਹੋ ਗਈ। ਪਰ ਨੰਬਰ ਆਫ ਡੇਜ਼ ਜਿਹੜੇ ਆ ਉਹ ਘਟ ਰਹੇ ਆ। 13 ਤੋਂ ਲੈ ਕੇ 8, 9 ਤੋਂ 8 ਤੇ ਆ ਗਏ ਆ। ਪਰ ਜਿਹੜੇ ਪ੍ਰਾਈਸ ਵਿਕੇ ਆ ਉਹ ਹਮੇਸ਼ਾ ਜ਼ਿਆਦਾ ਹੀ ਵਿਕੇ ਆ। 112%, 116%, 112% ਸੇਲਸ ਟੂ ਨਿਊ ਲਿਸਟਿੰਗ ਰੇਸ਼ੋ ਹੈ। ਜਿਸ ਪੋਰਸ਼ਨ 'ਚ ਆਡੀਓ ਥੋੜ੍ਹੀ ਜਿਹੀ ਮੇਰੀ ਬੰਦ ਹੋ ਗਈ, ਨਹੀਂ ਹੈ, ਮਿਊਟ ਹੋ ਗਈ, ਉਸ ਦੌਰਾਨ ਮੈਂ ਇਹ ਗੱਲ ਕੀਤੀ ਸੀਗੀ ਕਿ ਇਫ ਯੂ ਹੈਵ ਟੂ ਬਾਏ ਇਨ ਗ੍ਰੇਟਰ ਟੋਰਾਂਟੋ ਏਰੀਆ ਯੂ ਹੈਵ ਟੂ ਬੀ ਅਗਰੈਸਿਵ।
ਅਸੀਂ ਪਿੱਛੇ ਜਿਹੜੀ ਰਿਪੋਰਟ ਸ਼ੇਅਰ ਕੀਤੀ ਸੀ ਜਿੱਥੇ 39% home buyers said they are going to move away out of the bigger cities. Metro centers ਤੋਂ smaller cities move ਕਰਨਗੇ so that they could afford a house. At the same time, 43% of buyers said they are going to postpone their home buying ideas. ਮੇਰੀ ਹੀ ਸਲਾਹ ਹੈ ਕਿ ਪ੍ਰੋਪਰਟੀ ਬਾਏ ਕਰਨ ਦਾ ਜਿਹੜਾ ਟਾਈਮ ਆ ਉਹ ਅੱਜ ਹੀ ਰਾਈਟ ਆ, ਅੱਜ ਹੀ ਸੈਲ ਕਰਨ ਦਾ ਟਾਈਮ ਆ. Speculation in real estate can be very dangerous. I won't say is, but there is a possibility it can be very dangerous, and that possibility is over 80%. ਅੱਜ ਦੀ ਡੇਟ ਦੇ ਵਿੱਚ ਜੋ ਤੁਸੀਂ ਮਕਾਨ ਲੈ ਲਿਆ ਉਹੀ ਵਧੀਆ. ਸਾਡੀ ਲਿਸਟਿੰਗ ਜਿਹੜੀ ਹੈ 246 ਡੌਨਲੀ ਡਰਾਈਵ ਮਿਸੀਸਾਗਾ, ਤੁਸੀਂ ਉੱਥੇ ਆ ਸਕਦੇ ਹੋ 2 ਤੋਂ 5 ਵਜੇ ਤੱਕ. I will have an open house there from 2 to 5 p.m. It is a beautiful house. You can snuggle in it. It's very warm. It invites. It has a huge basement apartment. Not apartment, but it's let's say ensuite area. ਤੁਸੀਂ ਯੂਜ਼ ਕਰ ਸਕਦੇ ਹੋ, ਨੈਨੀ ਅਪਾਰਟਮੈਂਟ ਬਣਾ ਸਕਦੇ ਹੋ. ਜੇ ਤੁਸੀਂ ਇਹਦੇ 'ਚ ਸੈਪਰੇਟ ਐਂਟਰੈਂਸ ਐਡ ਕਰ ਲਵੋ, ਬਾਥਰੂਮ ਬਣਾ ਲਵੋ, ਅਰਾਊਂਡ 20,000 ਕਾਸਟ ਹੈ ਉਹਦੀ. You will be very happy in this property. It's a huge, humongous lot, 100 by 202. ਰੈਗੂਲਰ ਆ, ਕੋਈ ਟਰੀਜ਼ ਐਕਸਟਰਾ ਨਹੀਂ ਹੈਗੇ, ਪਲੇਨ ਆ, ਨਾਈਸ ਡੈਕ ਬਣਿਆ ਹੋਇਆ. ਸੋ ਬੀ ਦੇਅਰ ਟੂਡੇ ਐਂਡ ਆਈ ਵੁੱਡ ਲਵ ਟੂ ਸੀ ਯੂ ਦੇਅਰ. ਮੌਰਗੇਜ ਜਿਹੜੇ ਰੇਟ ਹੈਗੇ ਆ, ਆਈ ਵਿਲ ਸ਼ੋ ਯੂ ਫਰੋਮ, ਆਈ ਟੈਲ ਯੂ ਅਬਾਊਟ ਮੌਰਗੇਜ ਰੇਟਸ ਫਰੋਮ ਮਾਈ ਐਪ ਵਿਚ ਇਜ਼ MoPolo, MoPolo. ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ. ਡਾਊਨਲੋਡ ਇਟ ਫਰੋਮ ਐਪ ਸਟੋਰ, ਔਰ ਜੇ ਤੁਸੀਂ ਸੈਮਸੰਗ ਵਗੈਰਾ ਯੂਜ਼ ਕਰਦੇ ਜਾਂ ਐਂਡਰੋਇਡ ਯੂਜ਼ ਕਰਦੇ ਹੋ, ਮੇਰੇ ਖਿਆਲ ਗੂਗਲ ਸਟੋਰ ਹੈਗਾ ਕੁਛ, ਔਰ ਮਾਰਕੀਟ ਪਲੇਸ ਯੂ ਕੈਨ ਡਾਊਨਲੋਡ ਫਰੋਮ ਦੇਅਰ. ਤੁਸੀਂ ਇਸ 'ਤੇ ਡੇਲੀ ਦੇ ਰੇਟਸ ਲੈ ਸਕਦੇ ਹੋ. ਮੇਰੇ ਕੋਲ ਜਿਹੜੇ ਰੇਟ ਹੈਗੇ ਆ 1 year ਦਾ 2.74% ਆ, 1 year open 6.3% ਆ. ਇਫ ਯੂ ਹੈਵ ਫਲਿਪਿੰਗ ਆਈਡੀਆਜ਼, 2 years 2.89%, 3 year 3.39%. all these are fixed rates. 4 years is 3.59%. 5 year is 3.99%, but if it is a high ratio mortgage, the rates are slightly lower. 3.79%, 7 year is 4.09%, 10 year 4.14%. 5 year variable ਜਿਹੜਾ ਇਸ ਵਕਤ ਮਿਲ ਰਿਹਾ ਜੀ 2.20 ਹੈ, as long as your GDS TDS ratios fall in line with 39-44% respectively. Prime rate is at 3.20%, and the rate at which they qualify you is 5.25%. ਤੁਸੀਂ ਮੌਰਗੇਜ ਲੈਣੀ ਹੈ, ਮੇਰੇ ਨਾਲ ਗੱਲ ਕਰ ਲਿਓ. ਵੀ ਹੈਵ ਏ ਰੈਂਟ ਓਨ ਪ੍ਰੋਗਰਾਮ ਇਨ ਪਲੇਸ. ਜੇ ਤੁਸੀਂ ਮਕਾਨ ਅੱਜ ਅਫੋਰਡ ਨਹੀਂ ਕਰ ਸਕਦੇ, ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਪੂਰੀ ਹੈਗੀ, ਯੂ ਹੈਵ ਅ ਡਿਵੋਰਸ ਸਿਚੁਏਸ਼ਨ, ਯੂ ਹੈਵ ਬੈਂਕਰਪਟਸੀ ਸਿਚੁਏਸ਼ਨ, ਯੂ ਹੈਵ ਪ੍ਰਪੋਜ਼ਲ ਫਾਈਲਡ, we can handle all those things. Mada credit, we can handle that. We can give you a house as rent to own, live there as tenant, close it after 2 to 4 years, and then this is your property, and you will walk in to the house with positive cash flow. Trust me, this is really great opportunity. ਇਹਦੀ ਡਿਟੇਲ ਜਾਣਕਾਰੀ ਲਈ ਮੇਰੇ ਨਾਲ ਗੱਲ ਕਰ ਲਿਓ. ਅਸੀਂ ਕਿਹਾ ਸੀ ਕਿ ਕੋਆਪ ਹਾਊਸਿੰਗ ਬਾਰੇ ਗੱਲ ਕਰਾਂਗੇ. We'll leave it to tomorrow's episode. So cooperative housing ਕੀ ਹੈ, ਇਹ ਕਿੰਨਾ ਕੰਮ ਕਰਦੀ ਹੈ, ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਨੀ ਚਾਹੂੰਗਾ. So call me 647-333-2273 and I would love to share information with you. ਅੱਜ ਲਈ ਇੰਨਾ ਹੀ. ਕੱਲ ਫਿਰ ਮਿਲਾਂਗੇ. ਅਸੀਂ ਆਪਣੇ ਜਾਣ ਵਾਲੇ ਕੁਝ ਸੁਨੇਹੇ ਪਲੇ ਕਰਾਂਗੇ, ਜ਼ਰੂਰ ਸੁਣਿਓ. ਤੇ ਦੈਨ ਸਤਿ ਸ਼੍ਰੀ ਅਕਾਲ.